ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਆਪਣਾ ਸਵਰਨਵੀਰ ਸਿੰਘ ਆਪ ਸਾਰਿਆਂ ਜੀ ਦਾ ਇੱਕ ਵਾਰੀ ਫੇਰ 5K ਬ੍ਰੌਡਕਾਸਟਿੰਗ ਦੇ ਵਿੱਚ ਵੈਲਕਮ ਕਰਦਾ ਹਾਂ। ਅੱਜ ਅਸੀਂ ਫੇਰ ਇੱਕ ਅਹਿਮ ਮੁੱਦੇ ਤੇ ਗੱਲ ਕਰਾਂਗੇ। ਅਹਿਮ ਮੁੱਦੇ ਤੇ ਅੱਜ ਗੱਲ ਕਰਨ ਲਈ ਸਾਡੇ ਨਾਲ ਨੇ ਸਰਦਾਰ ਜਗਜੀਤ ਸਿੰਘ UK। ਇਹ ਕਿਸੇ ਵੀ ਤਾਰੀਫ ਦੇ, ਕਿਸੇ ਵੀ ਇੰਟਰੋਡਕਸ਼ਨ ਦੇ ਮੁਤਾਜ ਹੀ ਨੇ। ਸਾਰਾ ਸਿੱਖ ਜਗਤ ਇਹਨਾਂ ਨੂੰ ਚੰਗੀ ਤਰ੍ਹਾਂ ਜਾਣਦਾ ਹੈ। ਸੇਵਾ ਕਰਦੇ ਨੇ ਔਰ ਬਾਹਰ ਰਹਿ ਕੇ ਪੋਲਿਟਿਕਸ ਦੇ ਵਿੱਚ ਜਿਹੜਾ ਵੀ ਸਿੱਖਾਂ ਵਾਸਤੇ ਠੀਕ ਹੋਵੇ, ਉਸ ਕਾਨੂੰਨ ਵਾਸਤੇ, ਉਸ ਚੀਜ਼ ਵਾਸਤੇ, ਕੋਈ ਵੀ ਚੀਜ਼ ਐਸੀ ਹੋਵੇ ਜਿਹੜੀ ਕਿ ਸਿੱਖਾਂ ਵਾਸਤੇ ਜਾਂ ਕਿਸੇ ਵੀ ਇਨਸਾਨ ਵਾਸਤੇ ਚੰਗੀ ਹੋਵੇ, ਆਵਾਜ਼ ਚੁੱਕਦੇ ਨੇ। ਡਾਇਰੈਕਟ ਕਦੀ ਇਨਵੋਲਵ ਨਹੀਂ ਹੁੰਦੇ, ਲੇਕਿਨ ਇਨਡਾਇਰੈਕਟਲੀ ਆਪਣੇ ਜ਼ਰੂਰ ਇਨਵੋਲਵ ਹੁੰਦੇ ਨੇ ਔਰ ਲੋਕਾਂ ਦੀ ਹੈਲਪ ਕਰਦੇ ਨੇ। ਤੁਸੀਂ ਸਾਰੇ ਇਹਨਾਂ ਨੂੰ ਜਾਣਦੇ ਹੋਗੇ ਕਿ ਇਹਨਾਂ ਨੇ UK ਤੇ ਨਾਗਰਿਕ ਹੋਣ ਦੇ ਬਾਵਜੂਦ ਇੰਡੀਆ ਦੇ ਵਿੱਚ ਜਾ ਕੇ ਸਿੱਖਾਂ ਦੀ ਸੇਵਾ ਕੀਤੀ ਸੀ। ਸਿੱਖ ਰਾਜਨੀਤੀ ਦੇ ਵਿੱਚ ਕਾਫੀ ਵੱਡੀ ਤਬਦੀਲੀ ਲਿਆਉਣ ਦੀ ਕੋਸ਼ਿਸ਼ ਕੀਤੀ ਸੀ ਔਰ ਉਸ ਕੋਸ਼ਿਸ਼ ਦੇ ਵਿੱਚ ਕਾਮਯਾਬ ਵੀ ਹੋਏ ਸਨ। ਸੋ ਅਸੀਂ ਵਡਭਾਗੇ ਹਾਂ ਕਿ ਸਾਡੇ ਨਾਲ ਸਰਦਾਰ ਜਗਜੀਤ ਸਿੰਘ ਜੀ ਆਪ ਮੌਜੂਦ ਨੇ। ਜਗਜੀਤ ਸਿੰਘ ਜੀ, ਤੁਹਾਡਾ ਵੈਲਕਮ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਸੋ ਅੱਜ ਦਾ ਜਿਹੜਾ ਅਹਿਮ ਮੁੱਦਾ ਵੇ, ਅਸੀਂ ਉਸ ਅਹਿਮ ਮੁੱਦੇ ਵਿੱਚ ਤੁਸੀਂ ਸਾਰੇ ਜਾਣਦੇ ਹੋ ਕਿ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਜਿਹੜੇ ਇਲੈਕਸ਼ਨ ਨੇ ਉਹ ਪੋਸਟਪੋਨ ਹੋ ਗਏ ਨੇ। ਕਾਫੀ ਉਥਲ ਪੁਥਲ ਹੋਈ ਇਲੈਕਸ਼ਨ ਦੀ ਡੇਟਸ ਆਉਣ ਤੋਂ ਪਹਿਲਾਂ ਵੀ ਤੇ ਪੋਸਟਪੋਨ ਹੋਣ ਦੇ ਦੌਰਾਨ ਵੀ ਤੇ ਪੋਸਟਪੋਨ ਹੋਣ ਦੇ ਬਾਅਦ ਵੀ ਇੱਕ ਨਵੀਂ ਉਥਲ ਪੁਥਲ ਸ਼ੁਰੂ ਹੋ ਗਈ ਹੈ, ਨਵਾਂ ਵਾਦ ਵਿਵਾਦ ਸ਼ੁਰੂ ਹੋ ਗਿਆ ਵੇ। ਸਾਰੇ ਵਿਸ਼ੇ ਦੇ ਉੱਤੇ ਅਸੀਂ ਜਗਜੀਤ ਸਿੰਘ ਜੀ ਦੀ ਜਿਹੜੀ ਐਕਸਪਰਟ, ਜਿਹੜੀ ਉਹਨਾਂ ਦੀ ਰਾਏ ਹੈ ਉਹ ਲਵਾਂਗੇ, ਕਿਉਂਕਿ ਉਹ ਇਲੈਕਸ਼ਨ ਦੇ ਵਿੱਚ ਆਪ ਰਹਿ ਕੇ ਸਿਸਟਮ ਨੂੰ ਵੇਖ ਚੁੱਕੇ ਨੇ ਔਰ ਤਕਰੀਬਨ ਸਾਰੀ ਪਾਰਟੀਆਂ ਨੂੰ ਜਾਣਦੇ ਨੇ, ਸਾਰੀ ਪਾਰਟੀਆਂ ਦੇ ਮੁਖੀ ਨੂੰ ਜਾਣਦੇ ਨੇ, ਸਭ ਦੇ ਨਾਲ ਇਹਨਾਂ ਦੇ ਰਿਲੇਸ਼ਨ ਨੇ ਔਰ ਸਭ ਨੂੰ ਇਹ ਇੱਕ ਤਰੀਕੇ ਦੇ ਨਾਲ ਗੁਰਮਤ ਦੀ ਜਿਹੜੀ ਰੋਸ਼ਨੀ ਹੈ ਉਹਦੇ ਵਿੱਚ ਇਹ ਗਾਈਡ ਵੀ ਕਰ ਚੁੱਕੇ ਨੇ। ਸੋ ਅਸੀਂ ਆਪਣੀ ਗੱਲਬਾਤ ਸ਼ੁਰੂ ਕਰਦੇ ਹਾਂ। ਵੀਰ ਜੀ, ਸਭ ਤੋਂ ਪਹਿਲਾਂ ਤੁਸੀਂ ਸਾਨੂੰ ਇਹ ਦੱਸੋ ਕਿ ਜਿਸ ਤਰ੍ਹਾਂ ਸਾਨੂੰ ਇਹ ਖਬਰ ਆਈ ਕਿ ਦਿੱਲੀ ਇਲੈਕਸ਼ਨ ਪੋਸਟਪੋਨ ਹੋ ਰਹੇ ਨੇ, ਫਿਰ ਖਬਰ ਆਈ ਕਿ ਨਹੀਂ ਹੋ ਰਹੇ ਨੇ, ਫਿਰ ਖਬਰ ਆਈ ਹੋ ਰਹੇ ਨੇ, ਫਿਰ ਅਲਟੀਮੇਟਲੀ ਜਿਹੜਾ ਬਹੁਤ ਟਾਈਮ ਥੋੜਾ ਜਿਹਾ ਰਹਿ ਗਿਆ ਉਸ ਵੇਲੇ ਇਹ ਪੋਸਟਪੋਨ ਕਰਤੇ ਗਏ। ਕੁਝ ਲੋਕਾਂ ਦਾ ਕਹਿਣਾ ਹੈ ਕਿ ਇਹ ਜਿਹੜੀ ਆਮ ਆਦਮੀ ਪਾਰਟੀ ਸ਼ਾਇਦ ਜਾਣ ਕੇ ਕਰ ਰਹੀ ਸੀ, ਕਿਉਂਕਿ ਆਮ ਆਦਮੀ ਪਾਰਟੀ ਦਾ ਦਿੱਲੀ ਦੇ ਵਿੱਚ ਰਾਜ ਉਹ ਕਰ ਰਹੀ ਹੈ ਤੇ ਆਮ ਆਦਮੀ ਪਾਰਟੀ ਦੇ ਇਸ ਵੇਲੇ ਬਾਦਲ ਦਲ ਨਾਲ ਚੰਗੇ ਸੰਬੰਧ ਚੱਲਦੇ ਪਏ ਨੇ। ਕੁਝ ਲੋਕ ਕਹਿ ਰਹੇ ਨੇ ਕਿ ਸ਼ਾਇਦ ਪੈਂਡੇਮਿਕ ਨੂੰ ਦੇਖਿਆ ਜਾ ਰਿਹਾ ਸੀਗਾ। ਇਹ ਸਾਰਾ ਮਸਲਾ ਕੀ ਸੀਗਾ, ਮਾਜਰਾ ਕੀ ਸੀਗਾ? ਦੇਖੋ ਸਰਦਾਰ ਸਵਰਨਵੀਰ ਸਿੰਘ ਜੀ, ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡਾ ਧੰਨਵਾਦ ਕਰਦਾ ਹਾਂ। ਤੁਸੀਂ ਮੈਨੂੰ ਇਸ ਕਾਬਿਲ ਸਮਝਿਆ ਕਿ ਅਸੀਂ ਡਿਸਕਸ ਕਰੀਏ ਸਿੱਖਾਂ ਦੇ ਮੈਟਰ ਤੇ। ਔਰ ਮੈਂ ਟਾਈਮ ਤੋਂ ਦੇਖਦਾ ਆ ਰਿਹਾ ਤੁਸੀਂ ਸਿੱਖ ਕੌਮ ਲਈ ਜੋ ਇੱਕ ਸੇਵਾ ਕਰ ਰਹੇ ਹੋ ਉਹ ਬੇਮਿਸਾਲ ਹੈ। ਤੇ ਇਸ ਕਰਕੇ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦੀ ਹਾਂ ਕਿ ਤੁਸੀਂ ਹਰ ਟਾਈਮ ਤੇ, ਹਰ ਵਕਤ ਤੇ, ਠੀਕ ਹੈ ਅੱਜ ਮੈਂ ਪਹਿਲੀ ਵਾਰੀ ਤੁਹਾਡੇ ਨਾਲ ਰੂਬਰੂ ਹੋਇਆ, ਪਰ ਮੈਂ ਦੇਖਿਆ ਕਾਫੀ ਸਮੇਂ ਤੋਂ, ਔਰ ਮੈਨੂੰ ਤਾਂ ਪਤਾ ਵੀ ਨਹੀਂ ਸੀ ਜਦੋਂ ਤੁਹਾਡੀ ਮੇਰੀ ਪਹਿਲੀ ਵਾਰੀ ਮੁਲਾਕਾਤ ਹੋਈ, ਮੈਂ ਦੇਖਿਆ ਕਿ ਤੁਸੀਂ ਤਾਂ ਸਿੱਖ ਕੌਮ ਲਈ ਬਹੁਤ ਕੁਝ ਕਰ ਰਹੇ ਹੋ। ਔਰ ਮੈਂ ਹਮੇਸ਼ਾ ਵਾਹਿਗੁਰੂ ਨੂੰ ਅਰਦਾਸ ਕਰਦਾ ਕਿ ਜੋ ਤੁਸੀਂ ਇਹ ਟੀਚਾ ਚੁੱਕਿਆ ਹੈ ਤੇ ਇਹ ਤੁਹਾਨੂੰ ਗੁਰੂ ਮਹਾਰਾਜ ਹੋਰ ਚੜ੍ਹਦੀ ਕਲਾ 'ਚ ਰੱਖੇ ਤੇ ਸਿੱਖ ਕੌਮ ਦੀ ਇਸ ਤਰ੍ਹਾਂ ਸੇਵਾ ਕਰਦੇ ਰਹੋ। ਹੁਣ ਆ ਗਈ ਬਹੁਤ ਬਹੁਤ ਸ਼ੁਕਰੀਆ ਜੀ, ਬਹੁਤ ਬਹੁਤ ਇਲੈਕਸ਼ਨਾਂ ਦੀ ਗੱਲ। ਦੇਖੋ, ਇਹ ਪਹਿਲੇ ਸਾਨੂੰ ਉਮੀਦ ਸੀ ਕਿ ਕਰੋਨਾ ਦਾ ਇੰਨਾ ਬੁਰਾ ਹਾਲ ਹੋਏਗਾ ਨਹੀਂ, ਔਰ ਤੁਸੀਂ ਅੱਜ ਦੇਖ ਰਹੇ ਹੋ ਕਿ ਹਰ ਘਰ ਦੇ ਵਿੱਚ ਬੰਦੇ ਨੂੰ ਬੁਖਾਰ ਹੈ। ਔਰ ਜਿੰਨੇ ਵੀ ਕੈਂਡੀਡੇਟ ਖੜੇ ਹੈ, ਜਿਹੜੇ ਕੰਪੇਨ ਚਲਾ ਰਹੇ ਸੀ, ਉਹਨਾਂ 'ਚੋਂ ਬੜਿਆਂ ਨੂੰ ਬੁਖਾਰ ਹੋ ਗਿਆ ਹੈ। ਔਰ ਮੇਰੀ ਸੋਚ ਦੇ ਮੁਤਾਬਿਕ ਇਹ ਬੜਾ ਅੱਛਾ ਡਿਸੀਜ਼ਨ ਲਿਆ ਗਿਆ। ਬਾਕੀ ਜਿਵੇਂ ਤੁਸੀਂ ਵੀ ਵਾਚ ਕਰਦੇ ਰਹਿੰਦੇ ਹੋ ਕਿ ਕਿਸ ਤਰ੍ਹਾਂ ਕੁਝ ਪਾਰਟੀਆਂ ਦੇ ਪ੍ਰੈਜ਼ੀਡੈਂਟਸ ਨੇ ਬੜਾ ਅੱਛਾ ਸਟੈਪ ਲਿਆ, ਵੀ ਅੱਛਾ ਕੀਤਾ, ਕਿਹਾ ਗਿਆ ਵੀ ਇਹ ਗਵਰਨਮੈਂਟ ਨੇ ਅੱਛਾ ਸਟੈਪ ਲਿਆ, ਜਿਨ੍ਹਾਂ 'ਚ ਸਰਨਾ ਬ੍ਰਦਰਸ ਹੈਗੇ ਹੈ ਤੇ ਮਨਜੀਤ ਸਿੰਘ GK ਹੈ ਜਾਂ ਹੋਰ ਜਿੰਨੇ ਵੀ ਹੈ ਪਾਰਟੀਆਂ। ਪਰ ਜਿਹੜਾ ਬਾਦਲ ਦਲ ਹੈ, ਸਰਸਾ ਸਾਹਿਬ ਦਾ ਪਹਿਲੇ ਬਿਆਨ ਆਇਆ ਜੀ ਇਹ ਠੀਕ ਨਹੀਂ ਹੈ, ਇਹ ਵੀ ਸੁਣਿਆ ਅਸੀਂ, ਮੈਂ ਆਪ ਤਾਂ ਦੇਖਿਆ ਨਹੀਂ ਹੈ, ਤਾਂ ਮੈਨੂੰ ਪਤਾ ਲੱਗਾ ਆਪਣੇ ਸੂਤਰਾਂ ਤੋਂ ਜਾਂ ਕੁਝ ਕਿਰਿਆਂ ਨੇ ਮੈਨੂੰ ਦੱਸਿਆ ਕਾਲ ਕਰਕੇ ਕਿ ਸਰਸਾ ਸਾਹਿਬ ਬੜੇ ਪਰੇਸ਼ਾਨ ਸੀਗੇ ਕਿ ਇਹ ਕਿਉਂ ਹੋ ਰਿਹਾ ਹੈ, ਬਾਕੀ ਚੀਜ਼ਾਂ ਹੋ ਸਕਦੀਆਂ ਵੀ ਬੰਗਾਲ 'ਚ ਇਲੈਕਸ਼ਨ ਹੋ ਸਕਦੇ ਆ ਤੇ ਇੱਥੇ ਕਿਉਂ ਨਹੀਂ ਹੋ ਸਕਦੇ। ਤੇ ਉਹ ਮੇਰੇ ਹਿਸਾਬ ਨਾਲ ਮੈਂ ਉਹਨਾਂ ਦੀ ਸੋਚ ਨਾਲ ਸਹਿਮਤ ਨਹੀਂ ਹੈ ਜੇ ਉਹਨਾਂ ਨੇ ਸੋਚਿਆ। ਨੰਬਰ 2 ਕਿ ਹੁਣ ਕੱਲ ਹੀ ਮੈਂ ਉਹਨਾਂ ਦਾ ਫਿਰ ਦੇਖਿਆ, ਕਹਿੰਦੇ ਇਹ ਬਹੁਤ ਅੱਛਾ ਹੋ ਗਿਆ। ਇਹ ਦੇਖੋ, ਪਹਿਲੀ ਗੱਲ ਹੈ ਕਿ ਸਿੱਖਾਂ ਦੀ ਰਾਜਨੀਤੀ 'ਚ ਇੱਕ ਸਿੱਖ ਪ੍ਰਤੀ, ਕੌਮ ਪ੍ਰਤੀ ਵਫਾਦਾਰੀ ਚਾਹੀਦੀ ਹੈ। ਇਹਦੇ 'ਚ ਗੰਦੀ ਡਰਟੀ ਪੋਲਿਟਿਕਸ ਨਹੀਂ ਹੋਣੀ ਚਾਹੀਦੀ, ਚਾਹੇ ਕੋਈ ਵੀ ਪਾਰਟੀ ਹੋਏ, ਚਾਹੇ ਕੋਈ ਵੀ ਇਹਨਾਂ ਦੀ ਦਲ ਹੋਏ। ਸਿੱਖਾਂ ਦੀ ਸੇਵਾ ਕਰਨੀ। ਇੱਥੇ ਹੁਣ ਪਹਿਲੀ ਤਾਂ ਇੱਕ ਮੁਸ਼ਕਿਲ ਆ ਰਹੀ ਹੈ, ਉੱਥੇ ਦਵਾਈਆਂ ਨਹੀਂ ਮਿਲ ਰਹੀਆਂ, ਕੁਛ ਨਹੀਂ ਮਿਲ ਰਿਹਾ, ਤੇ ਅਸੀਂ ਇਲੈਕਸ਼ਨਾਂ 'ਚ ਦੇਖੀਏ ਕਿ ਆਪਣੀ ਪ੍ਰਧਾਨਗੀਆਂ ਨੂੰ ਦੇਖੀਏ ਕਿ ਸਾਡੀ ਸੀਟ ਨਾ ਚਲੀ ਜਾਏ ਜਾਂ ਆ ਜਾਏ, ਕੁਛ ਵੀ ਹੋਏ,
ਦੇਖੋ ਉਹਨਾਂ ਮੈਂ ਸਾਰੀਆਂ ਪਾਰਟੀਆਂ ਲਈ ਕਹਿਣਾ ਕਿ ਸਾਨੂੰ ਸਾਰਿਆਂ ਨੂੰ ਇਸ ਪੈਂਡੈਮਿਕ ਦੇ ਵਿੱਚ ਮਿਲ ਜੁਲ ਕੇ ਇੱਕ ਆਪਣੀ ਖਾਸ ਕਰਕੇ ਆਪਣੀ ਕੌਮ ਦੀ ਸੇਵਾ ਕਰਨੀ ਚਾਹੀਦੀ ਹੈ, ਤੇ ਜਿਹੜੇ ਪੋਸਟਪੋਨ ਹੋਏ ਹੈ ਅੱਛਾ ਡਿਸੀਜਨ ਹੈ। ਜੀ ਵੀਰ ਜੀ, ਹੁਣ ਐਕਚੁਅਲੀ ਕੀ ਸੀਗਾ ਕਿ ਜਿਹੜੀ ਇਸ ਵੇਲੇ ਪਾਰਟੀ ਜਿਹੜੀ ਜੋ ਉਹ ਆਪ ਤਾਂ ਕਹਿੰਦੇ ਨੇ ਕਿ ਅਸੀਂ ਸੇਵਾ ਕਰ ਰਹੇ ਹਾਂ, ਜਾਂ ਅਸੀਂ ਅਗਰ ਠੀਕ ਲਫ਼ਜ਼ ਨੂੰ ਯੂਜ਼ ਕਰੀਏ, ਜਿਹੜੀ ਇਸ ਵੇਲੇ ਕਾਬਜ਼ ਹੈ, ਜਿਹੜੀ ਪਾਰਟੀ ਕਾਬਜ਼ ਹੈ ਬਾਦਲ ਦਲ, ਉਹਨੇ ਪਿਛਲੇ 1.5 ਮਹੀਨੇ ਤੋਂ ਜਿਹੜੇ ਪਿਛਲੇ 4 ਸਾਲ ਤੋਂ ਕੰਮ ਰੁਕੇ ਆ ਰਹੇ ਸੀਗੇ ਉਹ ਸਾਰੇ ਕਰਨੇ ਸ਼ੁਰੂ ਕਰਤੇ ਸੀਗੇ, ਕਿਉਂਕਿ ਉਹਨਾਂ ਨੂੰ ਸ਼ੋਰ ਸੀਗਾ ਕਿ ਇਲੈਕਸ਼ਨ ਹੋ ਜਾਣਗੇ। ਜਿਸ ਤਰ੍ਹਾਂ ਮੈਂ ਨਾਮ ਲਵਾਂ ਤੇ ਸਕੂਲ ਦੇ ਸਟਾਫ ਦੀ ਤਨਖਾਹ ਦੇਣੀ, ਉਹਨਾਂ ਨੇ ਅਪ੍ਰੈਲ ਨੂੰ ਤਨਖਾਹ ਦੇਤੀ। ਫਿਰ ਜਿਹੜਾ ਬਾਕੀ ਜਿਹੜਾ DGMC ਦਾ ਸਟਾਫ ਸੀ ਉਹਦੀ ਤਨਖਾਹ ਦੇਤੀ। ਹਸਪੀਟਲ ਬਣਾਉਣਾ ਸੀਗਾ, ਹਸਪੀਟਲ ਨਹੀਂ ਬਣਾਇਆ। ਆਨੰਦ ਫਾਨਨ ਦੇ ਵਿੱਚ ਡਾਇਲਿਸਿਸ ਸੈਂਟਰ ਬਣਾਇਆ, ਉਹ ਵੀ ਠੀਕ ਤਰ੍ਹਾਂ ਨਹੀਂ ਚੱਲ ਰਿਹਾ, ਲੇਕਿਨ ਲੋਕਾਂ ਨੂੰ ਦਿਖਾਉਣ ਵਾਸਤੇ ਉਹ ਵੀ ਉਹਨਾਂ ਨੇ ਖੋਲਤਾ। ਇੱਕ ਉਹਨਾਂ ਨੇ 1.5 ਮਹੀਨੇ ਦੇ ਵਿੱਚ ਬੜੇ ਕੰਮ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਜਿਸ ਕੱਲ ਤੋਂ ਉਹਨਾਂ ਨੂੰ ਇਹ ਡਰ ਲੱਗ ਰਿਹਾ ਵੇ ਕਿ ਹੁਣ ਇਲੈਕਸ਼ਨ ਹੋ ਗਿਆ ਡਿਲੇ। ਹੁਣ ਅਗਰ ਲਾਕਡਾਊਨ ਲੱਗ ਗਿਆ ਤੇ ਜਿਹੜਾ ਕਿਸਾਨੀ ਮੁੱਦਾ ਉਹ ਚੱਕ ਰਹੇ ਸਨ, ਭਾਵੇਂ ਕਿਸਾਨ ਉਹਨਾਂ ਨੂੰ ਨਹੀਂ ਸਨ ਬੁਲਾ ਰਹੇ, ਨਹੀਂ ਲਾਈਕ ਕਰ ਰਹੇ ਸਨ ਬਾਦਲ ਦਲ ਦੀ ਇਨਵੋਲਵਮੈਂਟ, ਲੇਕਿਨ ਉਹ ਜ਼ਬਰਦਸਤੀ ਜਿਸ ਤਰ੍ਹਾਂ ਵੀਡੀਓ ਫੋਟੋਜ਼ ਪਾ ਕੇ ਕਰ ਰਹੇ ਸਨ, ਉਸ ਮੁੱਦੇ ਤੋਂ ਵੀ ਹਟ ਜਾਣਗੇ। ਸਕੂਲ ਦੀ ਤਨਖਾਹ ਇਲੈਕਸ਼ਨ ਫੰਡ ਦੇ ਵਿੱਚ ਜਿਸ ਤਰ੍ਹਾਂ ਇਹਨਾਂ ਨੇ ਦਿੱਤੀ, ਉਹ 1 ਮਹੀਨੇ ਹੋਰ ਅਰੇਂਜ ਕਰਨੀ ਪਏਗੀ। ਸਟਾਫ ਦੀ ਤਨਖਾਹ ਹੋਰ ਅਰੇਂਜ ਕਰਨੀ ਪਏਗੀ। ਇੱਕ ਘਬਰਾਹਟ ਜੀ ਨਜ਼ਰ ਆ ਰਹੀ ਹੈ ਬਾਦਲ ਦਲ ਦੇ ਵਿੱਚ। ਤੁਸੀਂ ਵੀ ਇਸ ਚੀਜ਼ ਨੂੰ ਮਹਿਸੂਸ ਕੀਤਾ ਵੇ ਕਿ ਜਾਂ ਇੱਕ ਹੈ ਪਬਲਿਕ ਦਾ ਇੱਕ ਵਹਿਮ? ਦੇਖੋ ਮੈਂ ਜੋ ਮੇਰੀ ਉੱਥੇ ਦਿੱਲੀ ਐਵਰੀਡੇ 2 3 4 5 ਵਾਰੀ ਅਲੱਗ-ਅਲੱਗ ਲੋਕਾਂ ਦੇ ਨਾਲ ਗੱਲਬਾਤ ਹੁੰਦੀ ਰਹਿੰਦੀ ਹੈ। ਜੋ ਤੁਸੀਂ ਕਹਿ ਰਹੇ ਹੋ ਬਿਲਕੁਲ ਠੀਕ ਕਹਿ ਰਹੇ ਹੋ, ਇਹ ਦਰੁਸਤ ਹੈ। ਜੋ ਕਹਿ ਰਹੇ ਹੋ 100% ਠੀਕ ਕਹਿ ਰਹੇ ਹੋ ਕਿ ਇਹਨਾਂ ਨੇ ਆਪਣੇ ਵੱਲੋਂ ਸੋਚਿਆ ਸੀ ਕਿ ਇਲੈਕਸ਼ਨ ਹੋ ਜਾਣਗੇ, ਉਹ ਗੱਲ ਅਲੱਗ ਹੈ ਕਿ ਇਹ ਸੋਚ ਰਹੇ ਸੀ ਕਿ ਅਸੀਂ ਦੁਬਾਰਾ ਆ ਜਾਣਗੇ। ਬਟ ਜੋ ਮੇਰੇ ਕੋਲ ਐਨਾਲਿਸਿਸ, ਜੋ ਰਿਪੋਰਟਸ ਉੱਥੇ ਦੀਆਂ ਆਈਆਂ, ਉਹ ਤੁਹਾਨੂੰ ਮੈਂ ਦੱਸ ਸਕਦਾ। ਜੋ ਚਾਹੋ ਤਾਂ ਬੋਲਦਾ ਕੀ ਰਿਪੋਰਟ ਆਈ। ਦੇਖੋ ਇਸ ਤਰ੍ਹਾਂ ਹੈ ਕਿ ਦੇਖੋ 46 ਸੀਟਸ ਹੈਗੇ ਆ, ਠੀਕ ਹੈ ਜੀ। ਪਹਿਲੀ ਗੱਲ ਹੈ ਕਿ ਇਹਨਾਂ ਦਾ ਸਿੰਬਲ ਦਾ ਪ੍ਰੋਬਲਮ ਆ ਗਈ ਸੀ ਤੇ ਇਹਨਾਂ ਦੇ ਕਈ ਕੈਂਡੀਡੇਟ ਨੇ ਵਿੱਚੋਂ ਵਿਡਰॉ ਕੀਤਾ। ਐਂਡ 'ਚ ਇਹਨਾਂ ਨੂੰ ਪੂਰੇ ਕੈਂਡੀਡੇਟ, ਜੋ ਮੈਨੂੰ ਖਬਰਾਂ ਮਿਲੀਆਂ, ਐਂਡ 'ਚ ਪੂਰੇ ਕੈਂਡੀਡੇਟ ਵੀ ਨਹੀਂ ਮਿਲ ਰਹੇ ਸੀ। ਇਹਨਾਂ ਦੇ ਕਈ ਕੈਂਡੀਡੇਟਾਂ ਨਾਲ ਮੇਰੀ ਗੱਲ ਹੋਈ ਹੈ ਐਜ਼ ਇੰਡੀਪੈਂਡੈਂਟ, ਕਿਉਂਕਿ ਮੈਂ ਕਿਸੇ ਪਾਰਟੀ ਦਾ ਸਮਰਥਕ ਨਹੀਂ ਹਾਂ, ਨਾ ਮੈਂ ਕਿਸੇ ਦੇ ਨਾਲ ਹਾਂ ਪਿਆਰ ਸਾਰਿਆਂ ਨਾਲ ਹੈ, ਕੋਈ ਵੀ ਹੈ ਐਜ਼ ਅ ਸਿੱਖੀ ਸਰੂਪ, ਕਿਉਂਕਿ ਦਸ਼ਮੇਸ਼ ਪਿਤਾ ਸਾਡੇ ਗੁਰੂ ਗੋਬਿੰਦ ਸਿੰਘ ਹੈ, ਨਾ ਜਿਹਦੇ ਨਾਲ ਕਿਸੇ ਦਾ ਵਿਰੋਧ ਹੈ। ਹਾਂ, ਪਰ ਇੱਕ ਨਿਊਟਰਲ ਗੱਲ ਕਰਾਂਗੇ। ਜਿਹੜੇ ਬਾਦਲ ਦਲ ਦੇ ਕਈ ਕੈਂਡੀਡੇਟ ਸੀ, ਮੇਰੀ ਉਹਨਾਂ ਨਾਲ ਗੱਲ ਹੋਈ ਹੈ, ਮੈਂ ਨਾਂ ਨਹੀਂ ਲੈ ਸਕਦਾ। ਉਹਨਾਂ ਨੇ ਕਿਹਾ ਜੀ ਸਾਡੀਆਂ ਤਾਂ 10 ਸੀਟਾਂ ਵੀ ਨਹੀਂ ਆਉਣੀਆਂ, ਸ਼ਾਇਦ ਡਬਲ ਵੀ ਕਰ ਜਾਈਏ ਤਾਂ ਚੰਗਾ ਹੈ, ਬਾਕੀ ਅਸੀਂ ਤਾਂ ਜੀ ਜਦੋਂ ਹੋਏਗਾ ਜਿਹੜੀ ਪਾਰਟੀ ਆਏਗੀ ਅਸੀਂ ਉਹਦੇ ਨਾਲ ਚਲੇ ਜਾਵਾਂਗੇ। ਮੈਂ ਚੁੱਪ ਰਿਹਾ, ਮੈਂ ਕਿਹਾ ਕੋਈ ਗੱਲ ਨਹੀਂ, ਤੁਹਾਡੀ ਇਹ ਸੋਚ ਹੈ। ਮੈਂ ਕਿਹਾ ਕਿਉਂ ਤੁਸੀਂ ਇਹ ਗੱਲ ਕਿਉਂ ਸੋਚਦੇ ਹੋ ਪਏ ਹੋ? ਕਹਿੰਦੇ ਕਿ ਸਾਡੇ ਜਦੋਂ ਸਾਨੂੰ ਅੰਦਰੂਨੀ ਪਤਾ ਕਿ ਸਾਡੇ ਜੇ ਕੈਂਡੀਡੇਟ 10 12 ਤਾਂ ਇਲੈਕਸ਼ਨਾਂ ਤੋਂ ਪਹਿਲਾਂ ਹੀ ਛੱਡ ਕੇ ਚਲੇ ਗਏ। ਤੁਹਾਨੂੰ ਪਤਾ ਹੀ ਹੈ, ਕਈ ਜਿੱਦਾਂ ਰਾਣਾ ਸਾਹਿਬ ਹੋ ਗਏ, ਆਪਣਾ ਹਰਮਨਜੀਤ ਸਿੰਘ ਜੀ ਹੋ ਗਏ, ਤੇ ਕਈ ਇਸ ਤਰ੍ਹਾਂ ਦੇ ਨਾਂ ਹੈਗੇ ਆ, ਮੈਂ ਲੈ ਵੀ ਨਹੀਂ ਸਕਦਾ, ਉਹ ਚਲੇ ਗਏ ਇਹਨਾਂ ਨੂੰ ਛੱਡ ਕੇ। ਕੁਲਦੀਪ ਸਿੰਘ ਬਾਠ ਸਾਹਿਬ ਹੈਗੇ ਆ ਯਮਨਾ ਪਾਰ ਤੋਂ, ਉਹ ਹੋ ਗਏ। ਇਹਨਾਂ ਦੇ ਖਾਸ ਬੰਦੇ ਜਿਹੜੇ ਕਿ ਉਹ ਛੱਡ ਕੇ ਚਲੇ ਗਏ। ਔਰ ਉਹਨਾਂ ਨੇ ਇਹ ਦੱਸਿਆ ਕਿ ਮੈਂ ਕਿਹਾ ਜੀ ਕਿਉਂ ਛੱਡੇ ਗਈਆਂ ਨਾਲ ਗੱਲਬਾਤ ਹੋਈ? ਕਹਿੰਦੇ ਜੀ ਇੱਥੇ ਬੜਾ ਘਪਲੇ ਹੋ ਰਹੇ ਸੀ, ਇਲਜ਼ਾਮ ਲੱਗ ਰਹੇ ਸੀ ਕਿ ਹੁਣ ਇਲੈਕਸ਼ਨ ਆ ਗਏ ਆ, ਆਨੰਦ ਫਾਨਨ ਚ ਹਸਪੀਟਲ ਚਲਾਤਾ, ਉਹ ਵੀ ਬਦਨਾਮੀ ਦਾ ਟਿੱਕਾ ਲਵਾ ਲਿਆ ਇਹਨਾਂ ਨੇ, ਕਿਉਂਕਿ ਉੱਥੇ ਮੇਰੇ ਖਿਆਲ ਕੁਝ ਬੰਦਿਆਂ ਦੀ ਉੱਥੇ ਡੈਥ ਵੀ ਹੋ ਗਈਆਂ, ਪੂਰਾ ਅਰੇਂਜਮੈਂਟ ਨਹੀਂ ਸੀ। ਸਭ ਤੋਂ ਜ਼ੁਲਮ ਜਿਹੜਾ ਹੋਇਆ, ਸਭ ਤੋਂ ਜ਼ੁਲਮ ਹੋਇਆ ਸਾਡੇ ਸਕੂਲਾਂ ਦੇ ਟੀਚਰਾਂ ਤੇ। ਜਿੰਨੇ ਵੀ ਟੀਚਰ ਹੈ ਰੋ ਰਿਹਾ ਹੈ, ਮੇਰੇ ਖਿਆਲ ਹੈ ਇਫ ਆਈ ਐਮ ਨਾਟ ਰੋਂਗ 12 ਕੁ ਬੰਦਿਆਂ ਦੀ ਡੈਥ ਹੋ ਚੁੱਕੀ ਹੈ, ਠੀਕ ਹੈ। ਉਹਨਾਂ ਦਾ ਕੌਣ ਜ਼ਿੰਮੇਵਾਰ ਹੈ ਜੀ? ਕਿਉਂ ਹੋਈ ਹੈ? ਕਿਉਂਕਿ ਉਹਨਾਂ ਦੇ ਘਰ ਰੋਟੀ ਨਹੀਂ ਬਣ ਰਹੀ ਸੀ, ਉਹਨਾਂ ਕੋਲ ਪੈਸਾ ਨਹੀਂ ਸੀਗਾ। ਜਦੋਂ ਇੱਕ ਡੈਥ ਹੋਈ ਸੀ ਇਹਨਾਂ ਨੂੰ ਰੋਕ ਲੈਣਾ ਚਾਹੀਦਾ ਸੀ। ਇਹ ਕੋਈ ਫਾਇਦਾ ਨਹੀਂ ਹੈ ਕਿ ਆਪਣੀ ਐਡਵਰਟਾਈਜ਼ਮੈਂਟ ਕਰਕੇ ਆਪਣੇ ਆਪ ਨੂੰ ਦੱਸ ਕੇ ਕਿ ਮੈਂ ਇਹ ਕਰ ਰਿਹਾ। ਦੇਖੋ ਰੱਬ ਜਾਣਦਾ ਹੈ ਜਾਂ ਸੰਗਤ ਜਾਣਦੀ ਹੈ ਕਿ ਤੁਸੀਂ ਕੀ ਕਰ ਰਹੇ ਹੋ। ਜੋ ਅੱਛਾ ਕਰ ਰਹੇ ਹੋ ਤੇ ਸਾਹਮਣੇ ਆ ਜਾਏਗਾ। ਇੰਨੇ ਵੱਡੇ ਇਸ਼ਤਿਹਾਰ ਲਗਾਉਣ ਦੀ, ਟੀਵੀ ਤੇ ਆਉਣ ਦੀ, ਆਪਣਾ ਜੋ ਸਾਨੂੰ ਸੁਣਨ ਚ ਆਇਆ, ਦੂਸਰੀ ਪਾਰਟੀਆਂ ਨੇ ਦੱਸਿਆ ਕਿ 50 ਲੱਖ ਰੁਪਇਆ ਗੁਰਦੁਆਰਾ ਫੰਡ ਦੇ ਵਿੱਚੋਂ ਇਹਨਾਂ ਦਾ ਐਡਵਰਟਾਈਜ਼ਮੈਂਟ ਤੇ ਲੱਗ ਰਿਹਾ ਕਿ ਅਸੀਂ ਕੀ ਕਰ ਰਹੇ ਹਾਂ। ਜੇ ਤੁਸੀਂ ਕਰ ਰਹੇ ਹੋ ਤਾਂ ਸੰਗਤ ਜਾਣਦੀ ਹੈ, ਇੰਨੀ ਐਡਵਰਟਾਈਜ਼ਮੈਂਟ ਕਰਨ ਦੀ ਕੀ ਲੋੜ ਹੈਗੀ? ਇਹ ਦੁਰਉਪਯੋਗ ਹੈ ਗੁਰਦੁਆਰਾ ਫੰਡ ਦਾ। ਇਹ 50 ਲੱਖ ਦੇ ਨਾਲ ਦੇਖੋ ਕਿੰਨੀਆਂ ਤਨਖਾਹਾਂ ਦਿੱਤੀਆਂ ਜਾ ਸਕਦੀਆਂ ਸੀ। ਉਹ 50 ਲੱਖ ਦਾ ਸਿਰਫ ਤੁਹਾਡੀ ਮੈਂ ਦਰੁਸਤ ਕਰਦਾ, ਸਿਰਫ ਤਨਖਾਹਾਂ ਦੇ ਰਹੇ ਨੇ ਆਪਣੇ IT ਸੈੱਲ ਨੂੰ ਆਪਣੀ ਐਡਵਰਟਾਈਜ਼ਮੈਂਟ ਕਰਨ ਵਾਸਤੇ। ਐਡਵਰਟਾਈਜ਼ਮੈਂਟ ਦੇ ਉੱਤੇ ਤਾਂ ਵੱਖਰਾ ਪੈਸਾ ਲੱਗ ਰਿਹਾ।
NDTV ਜਿਹੜਾ ਹੈਗਾ ਵੀ ਵੀਰ ਜੀ, ਉਹ ਕੋਈ 10 ਲੱਖ ਦੇ ਵਿੱਚ ਕੋਈ ਅੱਧੇ ਘੰਟੇ ਦਾ ਪ੍ਰੋਗਰਾਮ ਨਹੀਂ ਕਰਦਾ, ਜਾਂ ਜਿਹੜੇ ਦੂਜੇ ਨੈਸ਼ਨਲ ਚੈਨਲ ਨੇ ਬੜੇ ਮਹਿੰਗੇ ਪੈਸੇ ਲੈ ਕੇ ਪ੍ਰੋਗਰਾਮ ਕਰਦੇ ਨੇ। ਇਹ ਤਾਂ ਦੇਖੋ, ਉਹ ਤਾਂ ਹੀ ਫਿਰ ਜੋ ਕਹਿ ਰਹੇ ਆ ਇਹਨਾਂ ਦੇ ਦਲ ਦੇ ਹੀ ਬੰਦੇ ਕਿ ਅਸੀਂ 10 ਸੀਟਾਂ ਵੀ ਨਹੀਂ ਕੱਢ ਰਹੇ ਸੀ, ਤੇ ਫਿਰ ਉਹ ਠੀਕ ਕਹਿ ਰਹੇ ਨਾ, ਇਹਦਾ ਮਤਲਬ ਉਹਨਾਂ ਦੀ ਗੱਲਾਂ ਠੀਕ ਹੈਗੀਆਂ ਜੀ। ਤੇ ਹੁਣ ਜੇ ਇਲੈਕਸ਼ਨ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ, ਤੁਸੀਂ ਬਿਲਕੁਲ ਦਰੁਸਤ ਕਹਿ ਰਹੇ ਹੋ ਕਿ ਜੇ ਇਲੈਕਸ਼ਨ ਡਿਲੇ ਹੋਏ ਹੈ, ਮੇਰੇ ਹਿਸਾਬ ਨਾਲ ਡਿਲੇ ਇਲੈਕਸ਼ਨ ਦਾ ਸਾਰਾ ਨੁਕਸਾਨ ਇਹ ਬਾਦਲ ਦਲ ਨੂੰ ਹੋਏਗਾ, 100% ਬਾਦਲ ਦਲ ਨੂੰ ਹੋਏਗਾ। ਇਹ ਹੁਣ ਮੈਨੂੰ ਤਾਂ ਲੱਗਦਾ, ਇਹ ਵੀ ਦੱਸਦਾ ਕਿ ਹੋ ਸਕਦਾ, ਦੇਖੋ ਦੇਰ ਆਰ ਟੂ ਥਿੰਗਸ whatever I have a knowledge, ਇੱਕ ਹੈਗਾ ਪੋਸਟਪੋਨ ਮੀਨ ਕਿ ਇਹੀ ਕੈਂਡੀਡੇਟ ਅੱਗੇ ਜਾਣਗੇ, ਇਸ ਤਰ੍ਹਾਂ ਹੀ ਬੈਲਟ ਪੇਪਰ ਰਹਿਣਗੇ, ਰਾਈਟ ਔਰ ਰੋਂਗ, ਤੁਹਾਨੂੰ ਕੀ ਲੱਗਦਾ? ਠੀਕ ਹੈ, ਬਿਲਕੁਲ ਠੀਕ ਹੈ। ਜੇ ਕੈਂਸਲ ਹੁੰਦੇ ਹੈ, ਫਿਰ ਉਹ ਪ੍ਰਤੀਕਿਰਿਆ ਸਾਰੀ ਦੁਬਾਰਾ ਤੋਂ ਹੁੰਦੀ ਹੈ ਮੇਰੇ ਹਿਸਾਬ ਨਾਲ, ਜੋ ਇਲੈਕਸ਼ਨ ਕਮਿਸ਼ਨ ਦਾ। ਬਿਲਕੁਲ ਤੁਸੀਂ ਦੇਖੋ, ਮੇਰਾ ਜਿੱਥੇ ਤੱਕ ਖਿਆਲ ਹੈ 9 ਮਈ ਕਹਿ ਰਿਹਾ, ਪਰ ਮੈਨੂੰ ਲੱਗ ਨਹੀਂ ਰਿਹਾ, ਕਿਉਂਕਿ ਅੱਜ ਵੀ 3,32,000 ਦੇ ਕਰੀਬ ਕੇਸਿਸ ਆਏ ਹੈ, ਔਰ ਐਵਰੀ ਡੇ 20-25,000 ਵੱਧ ਰਹੇ ਹੈ, ਔਰ ਇਹ ਕਹਿੰਦੇ ਮਈ ਜੂਨ ਤੱਕ ਪੀਕ ਤੇ ਜਾਏਗਾ। ਤਾਂ ਮੈਨੂੰ ਨਹੀਂ ਲੱਗਦਾ ਕਿ ਇਹ 9 ਮਈ ਨੂੰ ਵੀ ਇਲੈਕਸ਼ਨ ਹੋਣ, ਮੈਨੂੰ ਨਹੀਂ ਲੱਗ ਰਿਹਾ। ਵੀਰ ਜੀ, ਇੱਕ ਚੀਜ਼ ਹੋ ਰਿਹਾ ਹੈ ਕਿ ਇਲੈਕਸ਼ਨ ਜਦੋਂ ਪੋਸਟਪੋਨ ਹੋ ਰਿਹਾ, ਤਾਂ ਜਿਹੜੀ ਕਮੇਟੀ ਇਸ ਵੇਲੇ ਹੈ, ਉਹ ਉਸ ਪੋਸਟਪੋਨਮੈਂਟ ਜਿਹੜਾ ਪੀਰੀਅਡ ਹੈ, ਉਸ ਦੌਰਾਨ ਹੱਥਕੰਡੇ ਅਪਣਾਉਣ ਦੀ ਕੋਸ਼ਿਸ਼ ਕਰ ਸਕਦੀ ਹੈ, ਲਾਈਕ ਫੰਡ ਨੂੰ ਯੂਜ਼ ਕਰ ਸਕਦੀ ਹੈ, ਹੋਰ ਚੀਜ਼ਾਂ ਉਹ ਕਰ ਸਕਦੀ ਹੈ। ਤੇ ਤੁਹਾਨੂੰ ਨਹੀਂ ਲੱਗਦਾ ਕਿ ਜਿਹੜੀ ਦਿੱਲੀ ਗਵਰਨਮੈਂਟ ਹੈ, ਉਹਨੂੰ ਇੱਕ ਬੋਰਡ ਬਣਾ ਦੇਣਾ ਚਾਹੀਦਾ ਵੇ, ਜਿਹਦੇ ਵਿੱਚ ਸਾਰੀਆਂ ਪਾਰਟੀਆਂ ਦੇ 1-1 2-2 ਬੰਦੇ ਹੋਣ, ਜਦ ਤੱਕ ਇਲੈਕਸ਼ਨ ਨਹੀਂ ਹੋ ਜਾਂਦਾ, ਉਹ ਉਸ ਗੁਰਦੁਆਰਾ ਜਿਹੜਾ ਪ੍ਰਬੰਧ ਹੈ ਉਹਨੂੰ ਮੈਨੇਜ ਕਰਨ, ਤਾਂ ਕਿ ਕੋਈ ਵੀ ਕਮੇਟੀ ਇਸ ਪੋਸਟਪੋਨਮੈਂਟ ਦਾ ਜਿਹੜਾ ਪੀਰੀਅਡ ਹੈ ਉਹਨੂੰ ਗਲਤ ਤਰੀਕੇ ਨਾਲ ਆਪਣੇ ਇਲੈਕਸ਼ਨ ਵਾਸਤੇ ਯੂਜ਼ ਨਾ ਕਰ ਸਕਣ। ਦੇਖੋ ਤੁਸੀਂ ਵੀਰ ਜੀ ਬਿਲਕੁਲ ਠੀਕ ਗੱਲ ਕਹੀ ਹੈ। ਤੁਹਾਨੂੰ ਪਤਾ ਹੈ ਜਦੋਂ ਵੀ ਇਲੈਕਸ਼ਨ ਹੁੰਦੇ ਹੈ, ਕੋਡ ਆਫ ਕੰਡਕਟ ਲੱਗਦਾ ਹੈ, ਜਦੇ ਕੋਈ ਵੀ ਇਲੈਕਸ਼ਨ, ਕਿਸੇ ਵੀ ਟਾਈਮ ਇਲੈਕਸ਼ਨ ਮੀਨ ਇਲੈਕਸ਼ਨ ਜੀ, ਚੀਫ ਮਿਨਿਸਟਰ ਹੋਏ, ਪ੍ਰਾਈਮ ਮਿਨਿਸਟਰ ਹੋਏ, ਇਹ ਤਾਂ ਇੱਕ ਸੇਵਾਦਾਰ ਹੀ ਹੈਗੇ ਨਾ, ਇਹ ਤਾਂ ਇੱਕ ਉਹ ਹੈ ਹੀ ਨਹੀਂ ਹੈ। ਜਿਹੜਾ ਪ੍ਰਾਈਮ ਮਿਨਿਸਟਰ, ਚੀਫ ਮਿਨਿਸਟਰ ਵੀ ਕੋਈ ਕਿਸੇ ਦੀ ਟ੍ਰਾਂਸਫਰ ਨਹੀਂ ਕਰ ਸਕਦਾ, ਕੋਈ ਕਿਸੇ ਨੂੰ ਇਹ ਨਹੀਂ ਕਹਿ ਸਕਦਾ ਕਿ ਤੈਨੂੰ ਇੰਨਾ ਫੰਡ ਦਿੱਤਾ, ਤੈਨੂੰ ਇਹ ਦਿੱਤਾ, ਕਿਸੇ ਨੂੰ ਕੁਝ ਨਹੀਂ ਕਰ ਸਕਦੇ, ਉਹਨਾਂ ਦੇ ਹੱਥ ਬੰਨੇ ਜਾਂਦੇ ਆ ਜਦ ਤੱਕ ਇਲੈਕਸ਼ਨ ਦੇ ਰਿਜ਼ਲਟ ਆਉਣ ਤੋਂ ਬਾਅਦ ਨਵੀਂ ਸਰਕਾਰ ਨਾ ਬਣ ਜੇ। ਹੁਣ ਅਸੀਂ ਇੱਥੇ ਤਾਂ ਸਰਕਾਰ ਕਹਿ ਨਹੀਂ ਸਕਦੇ, ਇਹ ਤਾਂ ਸੇਵਾਦਾਰ ਹੈਗੇ ਆ, ਪਰ ਇਹ ਕੰਮ ਸਰਕਾਰਾਂ ਵਾਲੇ ਹੀ ਕਰ ਰਹੇ ਆ, ਸੇਵਾਦਾਰੀ ਵਾਲੀ ਤਾਂ ਮੈਨੂੰ ਨਜ਼ਰ ਆ ਹੀ ਨਹੀਂ ਰਹੀ। ਹੁਣ ਦਿੱਲੀ ਆ ਰਿਹਾ ਜੀ, ਅਸੀਂ ਇਹ ਕਰ ਦਾਂਗੇ, ਅਸੀਂ ਲੰਗਰ ਲਗਾ ਦਾਂਗੇ। ਦੇਖੋ ਪਹਿਲੀ ਗੱਲ ਹੈ, ਲੰਗਰ ਦੀ ਕੋਈ ਕਮੀ ਨਹੀਂ ਹੈਗੀ, ਲੰਗਰ ਹਰ ਜਗ੍ਹਾ ਹੈ, ਹਰ ਬੰਦੇ ਦੇ ਘਰ ਚੱਲਦਾ ਹੈ। ਇੱਕ ਦਿਖਾਵਾ ਕਰਨਾ ਕਿ ਅਸੀਂ ਲੰਗਰ ਲਗਾ ਦਾਂਗੇ, ਅੱਜ ਇੱਥੇ ਜਾ ਰਿਹਾ ਹੈ, ਕਿਸੇ ਦੇ ਘਰ ਰੋਟੀ ਨਹੀਂ ਬਣ ਰਹੀ, ਉਹ ਬਈ ਰੋਟੀ ਜਿਹੜੇ ਟੀਚਰਾਂ ਦੇ ਘਰ ਤਨਖਾਹ ਹੀ ਭਿਜਵਾ ਦਿਓ। ਤੁਸੀਂ ਰੋਟੀਆਂ ਦੀ ਗੱਲ ਕਰ ਰਹੇ ਹੋ, ਪਹਿਲਾਂ ਟੀਚਰਾਂ ਦੀ ਤਨਖਾਹ ਦਿਓ ਸਭ ਤੋਂ ਪਹਿਲਾਂ। ਇੱਕ ਸਕੂਲ ਦੇ ਟੀਚਰ ਨੂੰ ਜੇ ਸੈਲਰੀ ਨਹੀਂ ਮਿਲੇਗੀ, ਉਹ ਵਿਚਾਰਾ ਕੀ ਪੜ੍ਹਾਏਗਾ ਦੱਸੋ? ਤਾਂ ਹੀ ਤਾਂ ਹੈ ਕਿ ਅੱਜ ਸਾਡੇ ਸਕੂਲਾਂ ਦੇ ਬੱਚੇ ਘਟਦੇ ਜਾ ਰਹੇ ਆ, ਬੱਚੇ ਘਟਦੇ ਹੀ ਜਾ ਰਹੇ ਆ। ਕੋਈ ਕਿਸੇ ਨੂੰ ਕਹਿੰਦੇ ਆ ਵੀ ਸ਼ਰਮ ਆਉਂਦੀ ਹੈ ਕਿ ਅਸੀਂ ਆਪਣਾ ਬੱਚਾ ਗੁਰੂ ਹਰਕ੍ਰਿਸ਼ਨ ਪਬਲਿਕ, ਉਹ ਕਹਿੰਦੇ ਹੋਰ ਕੋਈ ਸਕੂਲ ਨਹੀਂ ਮਿਲਿਆ ਤੇ ਫਿਰ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਚ ਭੇਜ ਦਿਓ। ਇਹ ਸਾਡੀ ਰਹਿ ਗਈ, ਸਾਡੇ ਗੁਰੂਆਂ ਦੇ ਨਾਂ ਦਾ ਸਕੂਲ ਬਣਿਆ, ਜਿਹੜਾ ਮੇਰੇ ਖਿਆਲ ਜਥੇਦਾਰ ਸੰਤੋਖ ਸਿੰਘ ਜੀ, ਮਨਜੀਤ ਸਿੰਘ ਜੀਕੇ ਦੇ ਪਿਤਾ ਜੀ ਸ਼ੁਰੂਆਤ ਕਰ ਗਏ ਸੀ। ਮੇਰੀ ਵੀ ਬੇਟੀ ਉੱਥੇ ਪੜ੍ਹੀ ਹੋਈ ਹੈ, ਪੰਜਾਬੀ ਬਾਗ ਚ ਮੈਂ ਰਿਹਾ ਤੇ ਉੱਥੇ ਪੜ੍ਹੀ ਹੈ, ਔਰ ਕੋਈ ਟਾਈਮ ਸੀ ਸਿਫਾਰਿਸ਼ ਲੱਗਦੀ ਸੀ ਕਿ ਤਾਂ ਐਡਮਿਸ਼ਨ ਮਿਲਦੀ ਸੀ। ਅੱਜ ਲੋਕਾਂ ਨੂੰ ਇਹ ਕਹਿ ਦਿਓ ਨਾ ਕਿ ਪੈਸੇ ਦੇ ਕੇ ਵੀ ਤੁਸੀਂ ਉੱਥੇ ਐਡਮਿਸ਼ਨ ਕਰ ਲਓ, ਆਪਣੇ ਪੱਲਿਓਂ ਵੀ ਪੈਸੇ ਦਿਓ, ਕੋਈ ਆਪਣੇ ਬੱਚੇ ਨੂੰ ਉੱਥੇ ਨਹੀਂ ਪੜ੍ਹਾਏਗਾ। ਸਾਡਾ ਮਕਸਦ ਇਹ ਸੀ ਸਾਡੇ ਬੱਚਿਆਂ ਨੂੰ ਪੰਜਾਬੀ ਆਏ, ਗੁਰੂ ਦੇ ਨਾਂ ਦੇ ਸਕੂਲ ਬਣਿਆ, ਅੱਛਾ ਕਲਚਰ ਹੋਏ, ਸਿੱਖੀ ਦੇ ਸਰੂਪ ਚ ਰਹਿਣ, ਸਭ ਕੁਝ ਹੈ। ਉਹ ਸਾਰੀ ਚੀਜ਼ਾਂ ਖਤਮ ਹੋ ਚੁੱਕੀਆਂ, ਇਹ ਸਾਰੀਆਂ ਜਿਉਂ ਇਹਨਾਂ ਨੂੰ ਇੱਕੋ ਹੀ ਰਹਿ ਗਿਆ। ਉਹ ਬਈ ਦੇਖੋ ਪਹਿਲੀ ਤਾਂ ਗੱਲ ਹੈ ਵੀਰ ਜੀ, ਮੇਰਾ ਹੋ ਸਕਦਾ ਵਿਚਾਰ ਠੀਕ ਹੈ ਜਾਂ ਗਲਤ ਹੈ, ਮੈਂ ਇਸ ਤਰ੍ਹਾਂ ਲੰਗਰਾਂ ਤੇ ਲੱਖਾਂ ਕਰੋੜਾਂ ਰੁਪਏ ਬਰਬਾਦ ਕਰਨ ਦਾ ਕੋਈ ਫਾਇਦਾ ਨਹੀਂ। ਪਹਿਲਾਂ ਆਪਣੀ ਕੌਮ ਨੂੰ ਸੰਭਾਲੋ, ਫਿਰ ਤੁਸੀਂ ਲੰਗਰਾਂ ਵੱਲ ਜਾਓ। ਜੀ ਵੀਰ ਜੀ, ਇੱਕ ਹੋਰ ਬੜੀ ਚੀਜ਼ ਦੇਖਣ ਦੇ ਵਿੱਚ ਆਈ ਹੈ ਕਿ ਇੱਕ ਪਾਸੇ ਇਹ ਕਹਿ ਰਹੇ ਨੇ ਕਿ ਸਾਡਾ ਬੀਜੇਪੀ ਦੇ ਨਾਲ ਸੰਬੰਧ ਟੁੱਟ ਗਿਆ ਬਾਦਲ ਦਲ, ਦੂਜੇ ਪਾਸੇ ਇਹਨਾਂ ਦੇ ਆਪਣੇ ਮੈਂਬਰ ਨੇ, ਉਹ ਜਾਂ ਕਾਉਂਸਲਰ ਨੇ ਜਾਂ ਆਪਣੇ ਜਿਹੜੇ ਮੈਂਬਰ ਨੇ, ਉਹਨਾਂ ਦੀ ਵਾਈਫ ਜਾਂ ਆਪਣੇ ਪਰਿਵਾਰ ਦਾ ਜਿਹੜਾ ਬੰਦਾ ਵੇ, ਉਹ ਬੀਜੇਪੀ ਤੋਂ ਹੀ MPA MLA ਜਾਂ ਕਾਉਂਸਲਰ ਰਹਿ ਚੁੱਕਾ ਹੈ ਜਾਂ ਰਹਿ ਰਿਹਾ ਵੇ। ਮਿਸਾਲ ਦੇ ਤੌਰ ਤੇ ਅਗਰ ਸਿਰਸਾ ਦੀ ਗੱਲ ਕਰੀਏ ਤਾਂ ਉਹ ਆਪ ਬੀਜੇਪੀ ਤੋਂ MLA ਰਹਿ ਚੁੱਕਾ ਹੈ। ਅਗਰ ਅਸੀਂ ਗੱਲ ਕਰੀਏ ਬਾਦਲ ਦਲ ਦੇ ਦਿੱਲੀ ਪ੍ਰਧਾਨ ਦੀ, ਸਰਦਾਰ ਹਰਮੀਤ ਸਿੰਘ ਕਾਲਕਾ ਦੀ, ਉਹਨਾਂ ਦੀ ਵਾਈਫ ਬੀਜੇਪੀ ਤੋਂ ਕਾਉਂਸਲਰ ਹੈ। ਅੱਛਾ, ਇਹਨਾਂ ਦੇ ਇੱਕ ਮੈਂਬਰ ਨੇ ਜਿਨ੍ਹਾਂ ਨੂੰ ਪੱਪੂ ਕਹਿੰਦੇ ਨੇ, ਉਹ ਆਪ ਬੀਜੇਪੀ ਤੋਂ ਕਾਉਂਸਲਰ ਹੈਗੇ ਨੇ। ਇੱਕ ਪਾਸੇ ਕਹਿ ਰਹੇ ਨੇ ਕਿ ਅਸੀਂ ਬੀਜੇਪੀ ਦਾ ਸਾਥ ਦਾਮਨ ਛੱਡ ਚੁੱਕੇ ਹਾਂ, ਉਹ ਪਾਰਟੀ ਠੀਕ ਨਹੀਂ ਹੈਗੀ, ਉਹ ਗਦਾਰ ਪਾਰਟੀ ਹੈ, ਸਿੱਖਾਂ ਨਾਲ ਧੋਖਾ ਕੀਤਾ ਹੈ।
ਦੂਜੇ ਪਾਸੇ ਆਪਣੇ ਆਪ ਨੂੰ ਉਹਨਾਂ ਦੇ ਨਾਲ ਹਲੇ ਵੀ ਉਹਨਾਂ ਵੱਖ ਨਹੀਂ ਕੀਤਾ, ਉਹਨਾਂ ਦੀ ਵਾਈਫ ਬ੍ਰਦਰ ਜਾਂ ਆਪ ਬੀਜੇਪੀ ਤੋਂ ਇਲੈਕਸ਼ਨ ਲੜ ਕੇ ਜੇਤੂ ਨੇ ਔਰ ਉਹ ਤੋਂ ਪੈਸੇ ਲੈ ਰਹੇ ਨੇ। ਤੇ ਇਹ ਇੱਕ ਦੋਹਰਾ ਮਾਪਦੰਡ, ਦੂਜੇ ਪਾਸੇ ਉਹ ਕਿਸਾਨਾਂ ਦਾ ਮੋਰਚਾ ਨੂੰ ਲੈ ਜਾਂਦੇ ਨੇ। ਇਹ ਆਮ ਪਬਲਿਕ ਨੂੰ ਇਹ ਗੱਲ ਕਿਉਂ ਨਹੀਂ ਸਮਝ ਆ ਰਹੀ ਹੈ, ਜਾਂ ਜੇ ਸਮਝ ਆ ਰਹੀ ਹੈ ਤਾਂ ਉਹ ਇਸ ਤੇ ਡਿਸੀਜਨ ਕਿਉਂ ਨਹੀਂ ਲੈ ਪਾ ਰਿਹਾ? ਦੇਖੋ ਵੀਰ ਜੀ, ਤੁਸੀਂ ਬਿਲਕੁਲ ਠੀਕ ਗੱਲ ਕਹੀ ਹੈ। ਤੁਹਾਨੂੰ ਇੱਕ ਕਹਿਣਾ ਭੁੱਲ ਗਏ ਹੋ, ਆਪਣਾ ਸਰਦਾਰ ਮਨਜਿੰਦਰ ਸਿੰਘ ਸਰਸਾ ਦੀ ਵਾਈਫ ਵੀ ਕੌਂਸਲਰ ਰਹਿ ਚੁੱਕੇ ਹੈ ਬੀਜੇਪੀ, ਠੀਕ ਹੈ। ਹੁਣ ਇਹਨਾਂ ਦਾ ਇਹ ਬਿਲਕੁਲ ਦੋਹਰਾ ਮਾਪਦੰਡ ਹੈ, ਸਾਡੀ ਸਮਝ ਤੋਂ ਬਾਹਰ ਹੈ, ਸਾਡੀ ਸਮਝ ਤੋਂ ਬਾਹਰ ਹੈ। ਇਹਨਾਂ ਦੇ ਪੂਰੇ ਰਿਲੇਸ਼ਨ ਹਲੇ ਵੀ ਬੀਜੇਪੀ ਦੇ ਨਾਲ ਹੈਗੇ, ਚੱਲ ਰਹੇ ਹੈ, ਔਰ ਸਾਨੂੰ ਨਹੀਂ ਪਤਾ ਕਿ ਅੰਦਰੋਂ ਕੀ ਸਮਝੌਤਾ ਹੋਇਆ, ਆਪਸ ਚ ਮਿਊਚੁਅਲ ਅੰਡਰਸਟੈਂਡਿੰਗ ਹੋਈ ਹੈ, ਕਿਉਂਕਿ ਬੀਜੇਪੀ ਪੰਜਾਬ ਦੇ ਵਿੱਚ ਅਲੋਨ ਇਜ਼ ਜ਼ੀਰੋ, ਤੁਹਾਨੂੰ ਵੀ ਪਤਾ ਹੈ ਜੀ। ਅਲੋਨ ਬੀਜੇਪੀ ਜ਼ੀਰੋ, ਕਦੀ ਉਹਨਾਂ ਨੂੰ ਇੱਕ ਸੀਟ ਵੀ ਸ਼ਾਇਦ ਨਾ ਆ ਸਕੇ ਵਿਧਾਨ ਸਭਾ 'ਚ। ਇਸ ਕਰਕੇ ਹੋ ਸਕਦਾ ਹੈ, ਮਾਈਟ ਬੀ ਪੋਸੀਬਲ ਫॉर ਦਾ ਟਾਈਮ ਬੀਇੰਗ, ਇਹਨਾਂ ਨੇ ਗੁਪਤ ਰੂਪ 'ਚ ਕੋਈ ਸਮਝੌਤਾ ਕੀਤਾ ਹੋਵੇ, ਹੋ ਸਕਦਾ ਹੈ, ਆਈ ਡੋਂਟ ਨੋ, ਕਿਉਂਕਿ ਮੈਨੂੰ ਤਾਂ ਇੰਨੀ ਇਹਨਾਂ ਦੀ ਚੀਜ਼ ਦੀ ਨੌਲੇਜ ਨਹੀਂ ਹੈਗੀ ਬੀਜੇਪੀ ਦੀ ਜਾਂ ਹੋਰ ਕਿਸ ਤਰ੍ਹਾਂ ਦੇ। ਵੈਸੇ ਅਸੀਂ ਸੁਣਦੇ ਹੀ ਹਾਂ ਵੀ ਅੰਦਰੋਂ ਕੀ ਹੋ ਰਿਹਾ, ਕਿਉਂਕਿ ਇਹਨਾਂ ਨੇ ਕਦੇ ਵੀ, ਤੁਸੀਂ ਨੋਟ ਕੀਤਾ ਹੋਣਾ, ਮਨਜਿੰਦਰ ਸਿੰਘ ਸਰਸਾ ਨੇ ਕਦੇ ਵੀ ਮੋਦੀ ਜੀ ਦੇ ਖਿਲਾਫ ਜਾਂ ਅਮਿਤ ਸ਼ਾਹ ਦੇ ਖਿਲਾਫ ਇਸ ਤਰ੍ਹਾਂ ਵਰਡ ਯੂਜ਼ ਨਹੀਂ ਕੀਤੇ ਜਿਸ ਤਰ੍ਹਾਂ ਕੇਜਰੀਵਾਲ ਦੇ ਖਿਲਾਫ ਜਾਂ ਕਾਂਗਰਸ ਦੇ ਖਿਲਾਫ ਯੂਜ਼ ਕਰਦੇ ਹੈ। ਇਹਦਾ ਮਤਲਬ ਤੁਹਾਡੀ ਗੱਲ ਬਿਲਕੁਲ ਠੀਕ ਹੈ, ਕੁਛ ਨਾ ਕੁਛ ਅੰਦਰੋਂ ਸਮਝੌਤਾ ਹੋ ਸਕਦਾ ਹੈ ਕਿ ਹੋਇਆ ਇਹਨਾਂ ਦਾ, ਜੋ ਲੱਗ ਰਿਹਾ। ਇਹ ਜਿਹੜਾ ਵਿਚਾਰ ਦਾ ਜਿਹੜਾ ਵਿਸ਼ਾ ਹੈ ਬੜੇ ਗੰਭੀਰ ਮੁੱਦੇ ਤੇ ਮੋੜ ਤੇ ਪਹੁੰਚ ਚੁੱਕਾ ਵੇ। ਇਸ ਨੂੰ ਅਸੀਂ ਜਾਰੀ ਰੱਖਾਂਗੇ, ਮਿਲਦੇ ਹਾਂ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ। 5K ਇੱਕ ਐਸੀ ਆਵਾਜ਼ ਜਿਸਨੇ ਕੂਕ ਸੁੱਤੀ ਪਈ ਕੌਮ ਨੂੰ ਝੰਜੋੜ ਦਿੱਤਾ। अब मन जागत रहो रे भाई। 5K एक ऐसी आवाज जिसने बोले हो चुके निजाम नू निचोड़ के रख दिता। बाणी वजी चौजुगी सच्चो सच सुनाए। 5K एक ऐसा चैनल जिसने बाबर नू जाबर कहन तो गुरेज नहीं कीता। 5K एक ऐसी आवाज जिसने बेखौफ हाकमां नू खौफ नाल भर दिता, क्योंकि टेक सच दी सी, सच्चे साहिब की मन में टेक। 5K दी खबर बेखबरां नू खबरदार कर दी है। 5K दी कलम झूठ दा सर कलम कर दी है। 5K चैनल साडे सारियां दा ख्वाब है। 5K चैनल नानक दा इनकलाब है। आओ रल के 5K नू मजबूत बनाइए, कतरा कतरा हिस्सा पाके अपना एक दरिया बनाइए। आओ अपने दसवंध दी मुहार नू बदलिए, उसारिए अपना मीडिया, सुचज्जे समाज नू घड़िए। 5K ब्रॉडकास्टिंग नू सारियां दे हकां लई सारियां दी साथ दी लोड़ है। आओ अपना थोड़ा थोड़ा हिस्सा पाइए ते अपनी आवाज़ नू दुनिया तक पहुंचाइए। ਸੋ ਅਸੀਂ ਆਪਣੇ ਸਾਰੇ ਦਰਸ਼ਕਾਂ ਦਾ ਬ੍ਰੇਕ ਤੋਂ ਬਾਅਦ ਇੱਕ ਵਾਰੀ ਫੇਰ ਸਵਾਗਤ ਕਰਦੇ ਹਾਂ। ਵੀਰ ਜੀ, ਤੁਸੀਂ ਜਿਵੇਂ ਕਿਹਾ ਸੀਗਾ ਕਿ ਇਹਨਾਂ ਦਾ ਕਿਤੇ ਨਾ ਕਿਤੇ ਸਮਝੌਤਾ ਹੋ ਚੁੱਕਾ ਹੈ। ਇੱਕ ਗੱਲ ਹੋਰ ਦੇਖਣ ਦੇ ਵਿੱਚ ਆਈ ਹੈ, ਜਿਹੜੀ ਕਿ ਅਸੀਂ ਪ੍ਰੋਗਰਾਮ ਕਰਨ ਤੋਂ ਪਹਿਲਾਂ ਤੁਹਾਡੇ ਨਾਲ ਅਸੀਂ ਡਿਸਕਸ ਵੀ ਕਰ ਰਹੇ ਸੀਗੇ, ਕਿ ਜਿਹੜੀ ਆਪ ਹੈ, ਆਮ ਆਦਮੀ ਪਾਰਟੀ ਹੈ, ਉਹਦੇ ਉੱਤੇ ਹਮੇਸ਼ਾ ਇਹ ਕਿਹਾ ਜਾ ਰਿਹਾ ਹੈ ਕਿ ਇਹ RSS ਦੀ B ਟੀਮ ਹੈ। ਹੁਣ ਪਿਛਲੇ ਜੇ ਕੁਝ ਦਿਨਾਂ ਤੋਂ ਵੇਖਿਆ ਜਾ ਰਿਹਾ ਹੈ ਕਿ ਜਿਹੜੀ A ਟੀਮ ਹੈ RSS ਦੀ BJP, ਉਹਦੇ ਨਾਲ ਅਕਾਲੀ ਦਲ ਨੇ ਸ਼ਾਇਦ ਦੂਰੀਆਂ ਬਣਾ ਲਈਆਂ ਨੇ ਦਿਖਾਉਣ ਵਾਸਤੇ, ਲੇਕਿਨ ਆਪ ਦੇ ਨਾਲ ਉਹਨਾਂ ਦੇ ਜਿਹੜੇ ਸੰਬੰਧ ਹੈਗੇ ਨੇ ਉਹ ਨੇੜੇ ਦੇ ਹੁੰਦੇ ਜਾ ਰਹੇ ਨੇ। ਹੁਣ ਤੁਸੀਂ ਵੇਖੋਗੇ ਕਿ ਆਪ ਕਦੀ ਵੀ ਬਾਦਲ ਦਲ ਦੇ ਖਿਲਾਫ ਨਹੀਂ ਬੋਲ ਰਹੀ, ਜਾਂ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਸਿਰਸਾ ਪਹਿਲਾਂ ਬੋਲਦੇ ਸਨ, ਹੁਣ ਨਹੀਂ ਬੋਲ ਰਹੇ। ਇਲੈਕਸ਼ਨ ਟਾਈਮ ਤੇ ਹੋ ਜਾਣ, ਇਹਦੀ ਕੇਜਰੀਵਾਲ ਨੇ ਅਖੀਰ ਦਮ ਤੱਕ ਪੂਰੀ ਕੋਸ਼ਿਸ਼ ਕੀਤੀ ਹੈ, ਕਿਉਂਕਿ ਇਹਦਾ ਜਿਹੜਾ ਫਾਇਦਾ ਸੀਗਾ ਉਹ ਬਾਦਲ ਦਲ ਨੂੰ ਹੋ ਰਿਹਾ ਸੀਗਾ। ਇਸ ਤਰ੍ਹਾਂ ਦੇ ਅਗਰ ਤੁਸੀਂ ਪਿੱਛੇ ਕਈ ਦਿਨਾਂ ਤੋਂ ਤੁਸੀਂ ਦੇਖੋਗੇ ਤਾਂ ਆਪ ਜਿਹੜੀ ਹੈਗੀ ਕਿਤੇ ਨਾ ਕਿਤੇ ਬਾਦਲ ਨੂੰ ਪ੍ਰਮੋਟ ਕਰ ਰਹੀ ਹੈ ਜਾਂ ਉਹਨਾਂ ਦੇ ਨਾਲ ਆਪਣੇ ਸੰਬੰਧ ਵਧਾ ਰਹੀ ਹੈ। ਸੋ ਇਹ ਵੀ ਇੱਕ ਗੰਭੀਰ ਮੁੱਦਾ ਹੈ ਕਿ ਆਪ ਹੁਣ ਜੇ ਅਗਰ BJP ਦੇ ਨਾਲ ਦਾਮਨ ਤੋੜ ਵੀ ਦੇਣ ਕਿਸੇ ਤਰੀਕੇ ਦੇ ਨਾਲ, ਲੇਕਿਨ ਆਪ ਦੇ ਨਾਲ ਉਹਨਾਂ ਦੇ ਸੰਬੰਧ ਬਣ ਰਹੇ ਨੇ। ਜਿਹੜੀ ਆਪ ਜਿਹੜੀ ਹੈਗੀ RSS ਦੀ ਇੱਕ B ਟੀਮ ਹੈ, ਔਰ ਇਹ ਗੱਲ ਵੀ ਪਬਲਿਕ ਤੋਂ ਹੁਣ ਤੱਕ ਛੁਪਾਈ ਜਾ ਰਹੀ ਹੈ। ਇਹ ਵੀ ਤੁਹਾਡੇ ਹਿਸਾਬ ਨਾਲ ਇੱਕ ਗੰਭੀਰ ਮੁੱਦਾ ਨਹੀਂ ਹੈਗਾ? ਦੇਖੋ, ਸਾਡੀ ਤੁਹਾਡੇ ਨਾਲ ਅੱਗੇ ਵੀ ਇਸ ਵਿਸ਼ੇ ਬਾਰੇ ਗੱਲ ਹੋਈ ਸੀ। ਮੈਂ ਹਲੇ ਇਹਦਾ ਪੂਰਾ ਆਪਣੇ ਕੋਲੋਂ ਕਹਿ ਨਹੀਂ ਸਕਦਾ ਕਿ ਕਿੱਥੇ ਤੱਕ ਕੇ ਖੜੇ ਆ। ਉਹਦੇ ਚ ਜੋ ਤੁਸੀਂ ਕਹਿ ਰਹੇ ਹੋ, ਉਹਨਾਂ ਨੂੰ ਇੰਡਰੋਜ਼ ਕਰਨ ਲਈ ਮੇਰੇ ਕੋਲ ਇੱਕ ਦੋ ਚੀਜ਼ਾਂ ਹੈਗੀਆਂ। ਪਹਿਲਾਂ ਤਾਂ ਮੈਂ ਕਰ ਲਾਂ BJP ਦੇ, ਮੈਨੂੰ ਕੁਝ ਖਿਆਲ ਆ ਗਿਆ, ਅਸੀਂ ਉਹਨੇ ਗੱਲ ਕੀਤੀ ਸੀ ਬ੍ਰੇਕ ਤੋਂ ਪਹਿਲੇ। BJP ਦੇ ਇੱਕ ਰੋਨੀ ਦੇ ਕੌਂਸਲਰ ਪੂਰੀ ਬਾਦਲ ਦਲ ਦੀ
ਉੱਥੇ ਵਿਰਕ ਸਾਹਿਬ ਖੜੇ ਆ, ਉਹਨਾਂ ਦੀ ਮਦਦ ਕਰ ਰਹੇ ਆ ਸਟੇਜ ਤੇ ਆ ਕੇ। ਇਸ ਤਰ੍ਹਾਂ ਹੀ ਕਈ ਹੋਰ ਜਗ੍ਹਾ ਤੇ ਵੀ ਉਹ ਕੌਂਸਲਰ ਜਿਹੜੇ ਬੀਜੇਪੀ ਦੇ ਆ ਬਾਦਲ ਦਲ ਦੀ ਸਪੋਰਟ ਕਰ ਰਹੇ। ਪਹਿਲਾ ਤਾਂ ਪੁਆਇੰਟ ਇਹ ਹੈ। ਹੁਣ ਆ ਜਾਓ ਦੂਸਰੇ ਪੁਆਇੰਟ ਤੇ, ਆਮ ਪਾਰਟੀ ਦੇ ਜਿਹੜੇ ਗੁਰਦੁਆਰਾ ਇਲੈਕਸ਼ਨ ਕਮਿਸ਼ਨ ਦੇ ਮਿਨਿਸਟਰ ਹੈਗੇ ਆ ਮਿਸਟਰ ਗੌਤਮ, ਇਫ ਆਈ ਐਮ ਨਾਟ ਰੋਂਗ, ਮਿਸਟਰ ਗੌਤਮ, ਉਹਨਾਂ ਨੇ ਸਿੰਬਲ ਦੇ ਚੱਕਰ 'ਚ 1 ਮਹੀਨਾ ਪਹਿਲੇ ਇੱਕ ਲੈਟਰ ਕੱਢੀ ਸੀ, ਪਹਿਲੇ ਬਈ ਦੱਸਿਆ ਸੀ ਉਹਨਾਂ ਦੇ ਬੰਦਿਆਂ ਨੇ ਅੰਡਰ ਜਿਹੜੇ ਵਕੀਲ ਹੈਗੇ, ਜੋ ਉਹਨਾਂ ਨੇ ਜਵਾਬ ਦਿੱਤੇ, ਜਿਹੜਾ ਕੋਰਟ 'ਚ ਕੇਸ ਚੱਲ ਰਿਹਾ ਸੀ, ਇਹਨਾਂ ਨੇ ਉਹਨਾਂ ਨੂੰ ਕਲੀਨ ਚਿੱਟ ਦੇ ਦਿੱਤੀ ਸੀ ਕਿ ਸਾਨੂੰ ਸਿੰਬਲ ਦੀ ਕੋਈ ਪ੍ਰੋਬਲਮ ਨਹੀਂ ਹੈਗੀ, ਕਿ ਇਹ ਪਹਿਲਾਂ ਹੀ ਸਿੰਬਲ ਲੈਂਦੇ ਹੋਏ ਹੈ, ਲੈ ਰਹੇ ਹੈ, ਤੇ ਇਹਨਾਂ ਨੂੰ ਦਿੱਤਾ ਜਾਏ। ਮੇ ਵੀ ਤੁਹਾਨੂੰ ਖਿਆਲ ਹੋਣਾ ਮਹੀਨਾ ਪਹਿਲਾਂ ਲੈਟਰ ਬਾਅਦ ਵਿੱਚ ਆਈ ਹੈ, ਜਿਹੜੀ ਲੈਟਰ ਦੀ ਗੱਲ ਕਰ ਰਹੇ ਹੋ ਬਾਅਦ ਵਿੱਚ ਆਈ ਹੈ ਜੀ। ਫਿਰ ਸਰਦਾਰ ਮਨਜੀਤ ਸਿੰਘ ਜੀਕੇ ਨੇ ਇਲਜ਼ਾਮ ਲਾਇਆ ਕਿ ਜਾਂ ਤਾਂ ਆਮ ਪਾਰਟੀ ਦਾ ਇਹਨਾਂ ਦੇ ਨਾਲ ਕੋਈ ਪੰਜਾਬ ਕਰਕੇ ਕੋਈ ਸਮਝੌਤਾ ਹੋ ਗਿਆ, ਕਿ ਦੱਸੋ ਕਿ ਉਹ ਰਾਜਨੀਤਿਕ ਪਾਰਟੀ ਹੈ ਤੇ ਉਹ ਕਿਸ ਤਰ੍ਹਾਂ ਧਾਰਮਿਕ ਇਲੈਕਸ਼ਨਾਂ 'ਚ ਹਿੱਸਾ ਲੈ ਸਕਦੀ ਹੈ, ਇਹ ਉਹਨੂੰ ਕਲੀਨ ਚਿੱਟ ਦੇ ਰਿਹਾ। ਉਸ ਤੋਂ ਬਾਅਦ ਇਹਨਾਂ ਨੂੰ ਆਇਆ ਕਿ ਸਾਨੂੰ ਸੈਟਬੈਕ ਨਾ ਪਹੁੰਚੇ ਪੰਜਾਬ 'ਚ, ਫਿਰ ਇਹਨਾਂ ਨੇ ਲੈਟਰ ਕੱਢ ਦਿੱਤਾ ਜੀ ਇਹਨਾਂ ਦੇ ਸਿੰਬਲ ਫਰੀਜ਼ ਕਰੋ। ਤੁਹਾਨੂੰ ਖਿਆਲ ਹੋਣਾ ਜਿਹੜੇ ਗੌਤਮ ਮਿਨਿਸਟਰ ਹੈਗੇ ਇਹਨਾਂ ਦੇ। ਫਿਰ ਉਹ ਇਸ ਤਰ੍ਹਾਂ ਹੀ ਕਈ ਹੋਰ ਵੀ 3-4 ਚੀਜ਼ਾਂ ਦੇਖਣ ਨੂੰ ਆਈਆਂ, ਤੇ ਹੋ ਸਕਦਾ ਹੈ ਸ਼ੱਕ ਦੇ ਦਾਇਰੇ 'ਚ ਤਾਂ ਹੈ। ਦੇਖੋ ਅਸੀਂ ਕਲੀਅਰ ਤਾਂ ਕੋਈ ਵੀ ਚੀਜ਼ ਆਪਣੇ ਕੋਲੋਂ ਕਹਿ ਹੀ ਨਹੀਂ ਸਕਦੇ। ਜੋ ਤੁਸੀਂ ਕਹਿ ਰਹੇ ਹੋ ਕਿ ਆਮ ਪਾਰਟੀ ਦੇ ਅੱਜ ਕੱਲ੍ਹ ਬਾਦਲ ਦਲ ਦੇ ਨਾਲ ਸਮਝੌਤੇ ਚੱਲ ਰਹੇ ਹੈ, ਦੇਖੋ ਇਹ ਸਾਨੂੰ ਵੀ ਪਤਾ ਸੀ ਵੀ ਰਾਜਨੀਤੀ 'ਚ ਰਹੇ ਆ, ਉਹ ਸਵੇਰੇ ਆਪਣਾ ਇੱਕ ਦੂਜੇ ਦੇ ਖਿਲਾਫ ਬੋਲਦੇ ਆ, ਸ਼ਾਮ ਨੂੰ ਇਕੱਠੇ ਹੁੰਦੇ। ਜਿਵੇਂ ਹੁਣ ਚਾਹੇ ਕਾਂਗਰਸ ਦੇ ਅਮਰਿੰਦਰ ਸਿੰਘ ਵੀ ਲੈ ਲਓ ਜੀ, ਅਕਾਲੀ ਦਲ ਦੇ ਵੀ ਲੈ ਲਓ, ਇਹ ਕਹਿੰਦੇ ਸੀ ਸੋਹਾਂ ਖਾਧੀਆਂ ਸੀ ਬਰਗਾੜੀ ਕਾਂਡ ਦਾ, ਬਹਿਬਲ ਕਲਾਂ ਕਾਂਡ ਦਾ, ਕੋਟਕਪੂਰਾ ਦੇ, ਅਸੀਂ ਇਹ ਕਰਾਂਗੇ ਉਹ ਕਰਾਂਗੇ, ਅਸੀਂ 1 ਸਾਲ ਦੇ ਵਿੱਚ ਇਸ ਤਰ੍ਹਾਂ ਕਰ ਦਾਂਗੇ। ਫੁਲਕਾ ਸਾਹਿਬ ਰਿਜ਼ਾਈਨ ਕਰਕੇ ਵੀ ਆ ਗਏ, ਤੇ ਕੀ ਹੋਇਆ ਜੀ, ਅੱਜ ਉਹ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਰਿਜ਼ਾਈਨ ਕਰਨਾ ਪੈ ਗਿਆ। ਸ਼ਰਮ ਦੀ ਗੱਲ ਹੈ ਕਿ ਇੱਕ ਪਤਾ ਹੈ ਕਿ ਕੌਣ ਹੈ ਕਲਪਰੇਟ ਹੈ, ਸਭ ਕੁਝ ਪਤਾ ਹੈ ਕਿ ਬੇਦਬੀ ਕਾਂਡ ਕਿਉਂ ਹੋਇਆ ਔਰ ਗੋਲੀ ਕਿਹਨਾਂ ਨੇ ਚਲਾਈ ਹੈ, ਤੇ ਉਹ ਉਹਨਾਂ ਦੀ ਕੋਈ ਮੈਂ ਤੁਹਾਨੂੰ ਦੱਸ ਨਹੀਂ ਸਕਦਾ, ਰੋਣਾ ਆਂਦਾ ਉਹਨਾਂ ਦੀ। ਮੈਂ ਇੱਕ ਇੰਟਰਵਿਊ ਸੁਣੀ ਹੈ ਕੁੰਵਰ ਵਿਜੇ ਪ੍ਰਤਾਪ ਦੀ, ਉਹ ਦੱਸ ਰਿਹਾ ਹੈ ਕਿ ਸਾਡਾ ਸਿਸਟਮ ਕਿੰਨਾ ਖਰਾਬ ਹੋ ਚੁੱਕਾ ਕਿ ਸਾਡੇ ਜਿਹੜੇ ਬੰਦਿਆਂ ਨੇ ਸਾਡੀ ਡਿਊਟੀ ਲਾਈ ਉਹੀ ਕਹਿੰਦੇ ਇਹਨੂੰ ਛੱਡ ਦੇ, ਇਹਨੂੰ ਛੱਡ ਦੇ, ਇਹਨੂੰ ਛੱਡ ਦੇ। ਫਿਰ ਕਿੱਥੋਂ ਇਨਸਾਫ ਮਿਲੇਗਾ ਜੀ? ਬੜਾ ਮੁਸ਼ਕਲ ਹੈ। ਜੋ ਤੁਸੀਂ ਕਹਿ ਰਹੇ ਹੋ ਇਹ ਸ਼ੱਕ ਦੇ ਦਾਇਰੇ 'ਚ ਹੈ ਜੀ। ਆਮ ਪਾਰਟੀ ਤੇ ਇਹਨਾਂ ਦੇ ਵੀ ਰਿਲੇਸ਼ਨ ਸ਼ੱਕ ਦੇ ਦਾਇਰੇ 'ਚ ਹੋ ਸਕਦੇ ਆ ਜੀ। ਅੱਛਾ ਵੀਰ ਜੀ, ਅਗਰ ਅਸੀਂ ਬਾਦਲ ਦਲ ਤੋਂ ਇਲਾਵਾ ਸਰਨਾ ਦਲ ਜਾਂ ਜੀਕੇ ਦਲ ਦੀ ਗੱਲ ਕਰੀਏ, ਸਟਰਗਲ ਇਹ ਵੀ ਬੜੇ ਕਰ ਰਹੇ ਸਨ ਕਿ ਸਾਡੇ ਕੋਲ ਕੋਈ ਕੈਂਡੀਡੇਟ ਹੋ ਜਾਣ। ਇਹਨਾਂ ਕੋਲ ਵੀ ਕੈਂਡੀਡੇਟ ਜਿਹੜੇ ਪੂਰੇ ਨਹੀਂ ਸਨ ਹੋ ਰਹੇ। ਮਿਸਾਲ ਦੇ ਤੌਰ ਤੇ ਸਰਨਾ ਦਲ ਜਿਹੜਾ ਹੈਗਾ ਵੇ ਉਹ ਜਥੇਦਾਰ ਰਣਜੀਤ ਸਿੰਘ ਦੇ ਨਾਲ ਸਮਝੌਤਾ ਕਰ ਰਹੇ ਨੇ। ਜੀਕੇ ਵੀ ਬਹੁਤ ਸਟਰਗਲ ਕਰ ਰਹੇ ਸੀਗੇ ਕਿ ਸਾਡੇ ਕੈਂਡੀਡੇਟ ਕਿਸੇ ਤਰੀਕੇ ਨਾਲ ਪੂਰੇ ਜਾਣ। ਹਾਲਾਂਕਿ ਇੱਕ ਗੱਲ ਉਹਨਾਂ ਨੇ ਚੰਗੀ ਕੀਤੀ ਕਿ ਉਹਨਾਂ ਨੇ ਲੇਡੀਜ਼ ਨੂੰ ਜਿਹੜੇ ਕਹਿੰਦੇ ਫੀਮੇਲ ਕੈਂਡੀਡੇਟ ਨੂੰ ਬੜਾ ਉਹਨਾਂ ਨੇ ਅੱਗੇ ਲਿਆਂਦਾ ਵੇ। ਇਸ ਵਾਰੀ ਇੱਕ ਅਜੀਬ ਜਿਹਾ ਸਿਸਟਮ ਦਿੱਲੀ ਦੇ ਵਿੱਚ ਵੇਖਣ ਦੇ ਵਿੱਚ ਆਇਆ ਵੇ ਕਿ ਕਿਸੇ ਵੀ ਪਾਰਟੀ ਦੇ ਕੋਲ ਕੈਂਡੀਡੇਟ ਹੀ ਨਹੀਂ ਸਨ ਬਣ ਰਹੇ ਜਿਨ੍ਹਾਂ ਨੂੰ ਮੈਦਾਨ ਦੇ ਵਿੱਚ ਉਤਾਰ ਸਕਣ, ਜਾਂ ਉਹਨਾਂ ਨੂੰ ਅੰਦਰੋਂ ਪਤਾ ਸੀਗਾ ਕਿ ਅਸੀਂ ਅਗਰ ਇਸ ਵਾਲੇ ਕੈਂਡੀਡੇਟ ਨੂੰ ਅੱਗੇ ਲੈ ਕੇ ਆਂਦਾ ਤੇ ਉਲਟਾ ਸਾਡੇ ਖਿਲਾਫ ਹੀ ਪਬਲਿਕ ਹੋ ਜਾਏਗੀ ਜਾਂ ਸੰਗਤ ਸਾਡੇ ਖਿਲਾਫ ਹੋ ਜਾਏਗੀ। ਇਹ ਇੱਕ ਭੰਬਲ ਭੂਸਾ ਮੇਰੇ ਖਿਆਲ ਨਾਲ ਪਹਿਲੀ ਵਾਰੀ ਵੇਖਣ ਦੇ ਵਿੱਚ ਆਇਆ ਵੇ। ਤੁਸੀਂ ਵੀ ਕਾਫੀ ਸਮਾਂ ਸਿੱਖ ਰਾਜਨੀਤੀ ਦੇ ਵਿੱਚ ਬਤੀਤ ਕਰ ਚੁੱਕੇ ਹੋ। ਦੇਖੋ ਵੀਰ ਜੀ, ਤੁਸੀਂ ਬਿਲਕੁਲ ਠੀਕ ਕਿਹਾ। ਇਹ ਇਸ ਤਰ੍ਹਾਂ ਆਇਆ ਕਿ ਕੁਝ ਲੋਕ ਤਾਂ ਡਰੇ ਹੋਏ ਸੀ ਕਿ ਪਤਾ ਨਹੀਂ ਕੌਣ ਆਏਗਾ, ਕੁਝ ਨਹੀਂ ਪਤਾ ਲੱਗਾ, ਕਿਉਂਕਿ ਮਨਜੀਤ ਸਿੰਘ ਜੀਕੇ ਵੀ ਆ ਗਏ। ਅੱਗੇ ਤਾਂ ਸਟੇਟ ਹੁੰਦਾ ਸੀ ਨਾ, ਇੱਕ ਦੂਜੇ ਨਾਲ ਫੇਸ ਹੋ ਗਿਆ ਕਿ 2 ਪਾਰਟੀਆਂ, ਹੁਣ 3 ਪਾਰਟੀਆਂ ਆ ਗਈਆਂ ਮੈਦਾਨ 'ਚ। ਉਹ ਸੋਚਦੇ ਸੀ, ਮੈਂ ਐਸੇ ਕੈਂਡੀਡੇਟਾਂ ਨੂੰ ਜਾਣਦਾ, ਉਹ ਸੋਚਦੇ ਸੀ ਕਿ ਬਾਦਲ ਦਲ ਦੀ ਟਿਕਟ ਲਈਏ, ਮਨਜੀਤ ਸਿੰਘ ਜੀਕੇ ਦੀ ਲਈਏ ਕਿ ਸਰਨਾ ਸਾਹਿਬ ਦੀ ਲਈ। ਐਸੇ 4-5 ਕੈਂਡੀਡੇਟਾਂ ਨੂੰ ਮੈਂ ਜਾਣਦਾ, ਠੀਕ ਹੈ। ਐਂਡ 'ਚ ਫਿਰ ਜਦੋਂ ਉਹਨਾਂ ਦਾ ਮਨ ਬਣਦਾ ਸੀ ਬਾਦਲ ਦਲ ਤੋਂ ਸਾਰੇ ਹਟ ਗਏ, ਉਹ ਫਿਰ ਦੋਨਾਂ 'ਚ ਕਨਫਿਊਜ਼ ਹੋ ਗਏ। ਕਾਰਨ ਇਹ ਹੈ, ਦੇਖੋ 2 ਪ੍ਰਧਾਨ ਜਿਹੜੇ ਰਹੇ ਆ, ਇਹ ਜਿਹੜੇ 2 ਸਾਲ ਬੇਮਿਸਾਲ ਕਹਿ ਰਹੇ, ਪਹਿਲੀ ਗੱਲ ਹੈ 8 ਸਾਲ ਰਹੇ ਹੈ ਪੂਰੇ। ਮਨਜੀਤ ਸਿੰਘ ਜੀਕੇ ਵੀ ਰਿਹਾ ਇਹਨਾਂ ਦੇ ਨਾਲ ਪਹਿਲਾਂ, ਉਹ ਫਿਰ ਛੱਡ ਕੇ ਚਲੇ ਗਏ ਔਰ ਉਹਨੇ ਇੱਕ ਅੱਛਾ ਕੰਮ ਕੀਤਾ ਸੀ ਮਨਜੀਤ ਸਿੰਘ ਜੀਕੇ ਨੇ। ਮੈਂ ਉਹਦੀ ਤਾਰੀਫ ਕਰਦਾ ਉਸ ਬੰਦੇ ਦੀ, ਚਾਹੇ ਜੋ ਵੀ ਇਲਜ਼ਾਮ ਲੱਗੇ ਉਹ ਇੱਕ ਸੈਪਰੇਟ ਇਸ਼ੂ ਹੈ। ਉਸ ਬੰਦੇ ਨੇ ਰਿਜ਼ਾਈਨ ਤਾਂ ਕੀਤਾ ਨਾ, ਇਹਨੇ ਤੇ ਵੀ ਹੋਇਆ, ਇਹਨੇ ਰਿਜ਼ਾਈਨ ਨਹੀਂ ਕੀਤਾ। ਦੇਖੋ ਮੈਂ ਫਿਰ ਕਹਿ ਰਿਹਾ, ਮੇਰੇ ਲਈ ਸਾਰੇ ਪਿਆਰ ਵਾਲੇ ਹੈ, ਮੇਰੇ ਲਈ ਕੋਈ ਇਹ ਨਹੀਂ ਕਿ ਮੇਰਾ ਕੋਈ ਖਾਸ ਹੈ, ਮੈਂ ਇੰਡੀਪੈਂਡੈਂਟ ਨਿਊਟਰਲ ਬੋਲਾਂਗਾ। ਮੈਂ ਮਨਜੀਤ ਸਿੰਘ ਜੀਕੇ ਦੀ ਇਸ ਗੱਲੋਂ ਤਾਰੀਫ ਕਰਦਾ ਕਿ ਉਹਨੇ ਰਿਜ਼ਾਈਨ ਕੀਤਾ। ਨੰਬਰ 2, 2-3 ਸਾਲ ਹੋ ਗਏ, ਹੋ ਸਕਦਾ ਹੈ ਉਹਨਾਂ ਨੇ ਕੀਤਾ, ਜੋ ਵੀ ਨਹੀਂ ਕੀਤਾ FIR ਹੋਈਆਂ। ਇਸ ਕਰਕੇ ਕੁਝ ਲੋਕ ਇਹ ਡਰਦੇ ਸੀ ਕਿ ਅਸੀਂ ਉਹਦੀ ਟਿਕਟ ਲਈਏ ਕਿ ਨਾ ਲਈਏ, ਬਟ ਫਿਰ ਉਹਨਾਂ ਨੂੰ ਇਹ ਆਉਂਦਾ ਸੀ ਕਿ ਉਸ ਬੰਦੇ ਦੇ ਕਮਾਂਡ ਹੈ, ਕੋਈ ਕੰਮ ਵੀ ਕੀਤੇ ਹੈ, ਉਹਨੂੰ ਬਾਣੀ ਆਉਂਦੀ ਹੈ। ਇਫ ਦੇ ਕੰਪੇਅਰ ਵਿਦ ਮਨਜੀਤ ਸਿੰਘ ਜੀਕੇ ਟੂ ਸਰਸਾ, ਫਿਰ ਉਸ ਚੱਕਰ 'ਚ ਉਹ ਫਿਰ ਵੀ ਉਹਦੇ ਕੋਲ ਵਾਪਸ ਚਲੇ ਗਏ। ਨੰਬਰ 2,
ਮਨਜੀਤ ਸਿੰਘ ਜੀਕੇ ਨੂੰ ਇਸ ਚੀਜ਼ ਦਾ ਵੀ ਬੜਾ ਬੈਨੀਫਿਟ ਹੈ ਕਿ ਉਹ ਜਥੇਦਾਰ ਸੰਤੋਖ ਸਿੰਘ ਜੀ ਦੇ ਬੇਟੇ, ਜਿਨ੍ਹਾਂ ਨੇ ਕਾਫੀ ਕੁਝ ਕੰਮ ਦਿੱਲੀ ਦੀ ਕਮੇਟੀ ਵਾਸਤੇ, ਦਿੱਲੀ ਦੇ ਸਿੱਖਾਂ ਲਈ ਬਹੁਤ ਕੁਝ ਕੀਤਾ ਮੇਰੇ ਹਿਸਾਬ ਨਾਲ। ਉਧਰੋਂ ਆ ਕੇ ਸਰਨਾ ਬ੍ਰਦਰ, ਉਹਨਾਂ ਤੇ ਕੋਈ ਵੀ ਇਲਜ਼ਾਮ ਨਹੀਂ, ਜੇ ਕੋਈ ਇਲਜ਼ਾਮ ਲੱਗਾ ਵੀ ਸੀ FIR ਉਹਨਾਂ ਦੀ ਕੁਐਸ਼ ਹੋ ਚੁੱਕੀ ਹੈ, ਠੀਕ ਹੈ। ਉਹ ਬੰਦਿਆਂ ਤੇ ਸਿਰਫ ਇਹੀ ਇਲਜ਼ਾਮ ਜੋ ਲੋਕੀ ਲਾਉਂਦੇ ਆ ਜੀ, ਉਹ ਵੀ ਸਾਨੂੰ ਦੋ ਹੀ ਬ੍ਰਦਰ ਹੈਗੇ, ਹੋਰ ਕੋਈ ਆ ਨਹੀਂ ਰਿਹਾ ਜਾਂ ਕਿਸ ਤਰ੍ਹਾਂ, ਬਟ ਫਿਰ ਵੀ ਉਹਨਾਂ ਦੇ ਕਰੈਕਟਰ ਤੇ ਕੋਈ ਕਿਸੇ ਕਿਸਮ ਦਾ ਦੋਸ਼ ਨਹੀਂ ਹੈ। ਬਟ ਉਹ ਜਦੋਂ 3 ਬਣ ਜਾਣ ਪਾਰਟ, ਫਿਰ ਬੰਦਾ ਸੋਚਦਾ ਯਾਰ ਇਧਰੋਂ ਵੋਟਾਂ ਨਾ ਕੱਟੀਆਂ ਜਾਣ, ਉਧਰੋਂ ਵੋਟਾਂ ਕੱਟੀਆਂ ਜਾਣ। ਐਂਡ 'ਚ ਜੋ ਮੈਨੂੰ ਲੱਗ ਰਿਹਾ ਸੀ, ਐਂਡ 'ਚ ਇਹੀ ਸੀ ਕਿ ਸਭ ਤੋਂ ਜ਼ਿਆਦਾ ਐਜ ਸੀਗੀ ਜੇ ਇਲੈਕਸ਼ਨ ਹੋ ਜਾਂਦੇ, ਹੁਣ ਪਤਾ ਨਹੀਂ ਹੋਏ ਹੀ ਨਹੀਂ ਹੈ, ਇੱਕ ਸੋਚ ਹੀ ਹੈ, ਸਰਨਾ ਦਲ ਭਾਈ ਰਣਜੀਤ ਸਿੰਘ ਜੀ ਨਾਲ ਰਲ ਚੁੱਕੇ ਸੀ, ਠੀਕ ਹੈ, ਉਹਨਾਂ ਦੀ ਐਜ ਨੰਬਰ 1 ਸੀ, ਨੰਬਰ 2 ਤੇ ਮਨਜੀਤ ਸਿੰਘ ਜੀਕੇ ਆ ਰਹੇ ਸੀ, ਨੰਬਰ 3 ਤੇ ਬਾਦਲ ਦਲ ਆ ਰਹੇ ਸੀ। ਬਟ ਉਹਦੇ ਵਿੱਚ ਵੀ ਇੱਕ ਹੋਰ ਗੱਲ ਮੈਂ ਤੁਹਾਨੂੰ ਦੱਸਦਾ, ਉਹਦੇ 'ਚ ਕਿਉਂ, ਜੋ ਮੈਨੂੰ ਲੱਗ ਰਿਹਾ ਕਿ ਐਂਡ 'ਚ ਇਹ ਸੋਚ ਰਹੇ ਸੀ ਕਿ ਮਨਜੀਤ ਸਿੰਘ ਜੀਕੇ ਦੇ ਕਿਸੇ ਜਗ੍ਹਾ 'ਚ ਕੈਂਡੀਡੇਟ ਵੀਕ ਹੈ, ਉਹ ਸਾਰੇ ਸਰਨਾ ਦਲ ਨੂੰ ਭੁਗਤ ਜਾਣੇ ਸੀ। ਜੇ ਸਰਨਾ ਦਲ ਦੇ ਕਿਸੇ ਜਗ੍ਹਾ ਵੀਕ ਹੈ, ਉਹ ਸਾਰੇ ਜਿਹੜੇ ਭਾਈ ਰਣਜੀਤ ਸਿੰਘ ਤੇ ਸਰਨਾ ਦਲ ਦੋਨੋਂ ਇਕੱਠੇ ਸੀ, 8 ਸੀਟਾਂ ਉਹਨਾਂ ਨੂੰ ਦਿੱਤੀਆਂ ਸੀ, ਉਹ ਪੈ ਜਾਣੀਆਂ ਸੀ। ਉਸੇ ਚੱਕਰ 'ਚ ਇਹਨਾਂ ਦੀਆਂ 10 ਤੋਂ ਘੱਟ ਸੀਟਾਂ ਆ ਰਹੀਆਂ ਸੀਗੀਆਂ ਬਾਦਲ ਦਲ ਦੀਆਂ। ਉਹ ਗੱਲ ਕਨਫਰਮ ਹੈ, ਉਹ ਗੱਲ 100% ਕਨਫਰਮ ਹੈ, ਕਿਉਂਕਿ ਇਹ ਖਿਆਲ ਰੱਖਣਾ, ਜਿਹੜਾ ਬੰਦਾ ਮਨਜੀਤ ਸਿੰਘ ਜੀਕੇ ਜਾਂ ਸਰਨਾ ਦਲ ਸੰਬੰਧਿਤ ਹੋਏਗਾ, ਉਹ ਕਦੀ ਬਾਦਲ ਦਲ ਨੂੰ ਵੋਟ ਨਹੀਂ ਪਾਏਗਾ ਅੱਜ ਦੀ ਡੇਟ 'ਚ। ਇਹ ਬੈਨੀਫਿਟ ਸੀ ਉਹਨਾਂ ਨੂੰ। ਵੀਰੀ ਇੱਕ ਆਖਰੀ ਸਵਾਲ ਮੈਂ ਤੁਹਾਡਾ ਕਰਾਂ ਕਿ ਜਦੋਂ ਦਿੱਲੀ ਦੇ ਵਿੱਚ ਇਲੈਕਸ਼ਨ ਹੁੰਦੇ ਨੇ ਤਾਂ ਇੱਕ ਟੀਮ ਹੁੰਦੀ ਹੈ ਬਾਦਲ ਦਲ, ਸਰਨਾ ਦਲ, ਜੀਕੇ ਦਲ, ਇਹ ਅਸੀਂ ਜਾਣਦੇ ਹਾਂ। ਬਾਦਲ ਦਲ ਨੇ ਕਦੀ ਵੀ ਦਿੱਲੀ ਦੇ ਵਿੱਚ ਜਦੋਂ ਇਲੈਕਸ਼ਨ ਹੁੰਦੇ ਨੇ, ਪ੍ਰਕਾਸ਼ ਸਿੰਘ ਬਾਦਲ ਜਾਂ ਸੁਖਬੀਰ ਬਾਦਲ ਜਾਂ ਉਹਨਾਂ ਦੀ ਨੂੰਹ ਰਾਣੀ ਜਾਂ ਮਜੀਠੀਆ, ਕਦੀ ਵੀ ਇਹਨਾਂ ਨੂੰ ਪੋਸਟਰ ਬॉय ਜਾਂ ਉਹਨਾਂ ਨੂੰ ਇੱਕ ਆਈਡਲ ਵਜੋਂ ਨਹੀਂ ਪੇਸ਼ ਕੀਤਾ, ਉਹਨਾਂ ਨੂੰ ਇਸ ਇਲੈਕਸ਼ਨ ਤੋਂ ਦੂਰ ਹੀ ਰੱਖਿਆ। ਇਹਦਾ ਕੀ ਕਾਰਨ ਹੈ? ਕਿ ਇਹ ਜਾਣਦੇ ਨੇ ਕਿ ਜਿਹੜਾ ਬਾਦਲ ਘਰ ਹੈ, ਜਿਹੜੀ ਡਾਇਨੈਸਟੀ ਬਾਦਲ, ਉਹ ਜਿਹਨੂੰ ਆਪ ਐਲੋ ਡਾਇਨੈਸਟੀ ਕਹਿੰਦੇ ਨੇ, ਕਹਿਣਾ ਤੇ ਨਹੀਂ ਚਾਹੀਦਾ, ਕਿ ਇਹ ਇੱਕ ਕਰਪਟ ਹੈ ਤੇ ਇਹਨੂੰ ਅਸੀਂ ਯੂਜ਼ ਕਰਕੇ ਅਸੀਂ ਨੁਕਸਾਨ ਦੇ ਵਿੱਚ ਜਾਵਾਂਗੇ। ਤੇ ਜੇਕਰ ਉਹ ਇਹ ਗੱਲ ਮੰਨਦੇ ਨੇ ਤਾਂ ਫਿਰ ਬਾਦਲ ਦਲ ਦੇ ਨਾਮ ਤੇ ਸਿੱਖਾਂ ਕੋਲ ਵੋਟ ਕਿਉਂ ਮੰਗਦੇ ਨੇ? ਦੇਖੋ ਵੀਰ ਜੀ, ਸਭ ਤੋਂ ਪਹਿਲੀ ਗੱਲ ਹੈ, ਜਿਹੜਾ ਉਹਨਾਂ ਨੂੰ ਡੈਮੇਜ ਹੋਣਾ ਸੀ ਉਹ ਆਲਰੇਡੀ ਹੋ ਚੁੱਕਾ ਹੋਇਆ। ਦਿੱਲੀ ਦੇ ਵਿੱਚ ਡੈਮੇਜ ਹੋ ਚੁੱਕਾ ਹੋਇਆ। ਬਾਦਲ ਦਲ ਦਾ ਨਾਂ ਹੁਣ ਨਹੀਂ ਹੈ, ਜੋ ਮਰਜ਼ੀ ਇਹ ਕਹੀ ਜਾਣ, ਕਿਉਂਕਿ ਇਸ ਟਾਈਮ ਇਹ ਤੁਸੀਂ ਵਰਡ ਗਿਆ ਸੀ ਕਾਬਜ਼ ਹੈਗੇ ਵਿੱਚ ਬੈਠੇ ਹੈ, ਜੇ ਇਹ ਜੋ ਮਰਜ਼ੀ ਕਹਿ ਸਕਦੇ ਆ। ਰਿਐਲਿਟੀ ਇਜ਼ ਦਿਸ ਕਿ ਉਹਨਾਂ ਦਾ, ਤੁਸੀਂ ਬਿਲਕੁਲ ਠੀਕ ਗੱਲ ਕਹੀ ਹੈ ਕਿ ਬਾਦਲ ਦਲ ਦੀ ਫੋਟੋ ਲਗਾਣੀ, ਪੰਜਾਬ ਦੇ ਕਿਸੇ ਵੀ ਬਾਦਲ ਦਲ ਦੀ ਫੋਟੋ ਲਗਾ ਕੇ ਜਿਹੜੀਆਂ ਇਹਨਾਂ ਨੂੰ ਕੁਝ ਵੋਟਾਂ ਪੈਣੀਆਂ, ਕੁਝ, ਮੈਂ ਨਹੀਂ ਕਹਿ ਰਿਹਾ, ਮੈਂ ਗਰੰਟੀ ਨਾਲ ਕਹਿੰਦਾ, ਮੈਂ ਕੋਈ ਉਹ ਤਾਂ ਨਹੀਂ ਜੋ ਮੈਂ ਐਨਾਲਿਸਿਸ ਦੇਖੇ ਹੈ, ਕਿਉਂਕਿ ਅਸੀਂ ਖੁਦ ਵਿਚਰ ਚੁੱਕੇ ਹਾਂ, ਦੇਖ ਚੁੱਕੇ ਹਾਂ, ਮੂੰਹ ਦੀ ਖਾ ਚੁੱਕੇ ਹਾਂ, ਹਾਰ ਵੀ ਚੁੱਕੇ ਹਾਂ, ਲੜ ਵੀ ਚੁੱਕੇ ਹਾਂ ਇਲੈਕਸ਼ਨ। ਜੋ ਮੈਂ ਦੇਖਿਆ, ਇਹਨਾਂ ਨੇ ਆਣਾ ਹੀ 3 ਨੰਬਰ ਤੇ ਸੀ। ਇਹ ਜੇ ਫੋਟੋਆਂ ਲਗਾ ਦਿੰਦੇ ਤਾਂ ਸ਼ਾਇਦ ਇਹ 5 ਸੀਟਾਂ ਤੇ ਸਿਮਟ ਜਾਣਾ ਸੀ ਜੀ। ਇਸ ਕਰਕੇ ਇਹ ਇਹਨਾਂ ਦਾ ਨਾਂ ਇਸ ਕਰਕੇ ਨਹੀਂ ਯੂਜ਼ ਕਰ ਰਹੇ। ਪਹਿਲੀ ਗੱਲ ਹੈ, ਜਿੰਨੇ ਵੀ ਬਹਿਬਲ ਕਲਾਂ, ਬਰਗਾੜੀ ਕਾਂਡ, ਕੋਟਕਪੂਰਾ ਜਿਹੜੇ ਹੋਏ ਹੈ, ਸਾਡੀ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਹੋਈ ਹੈ, ਇਹਨਾਂ ਨੇ ਕੁਛ ਨਹੀਂ ਕੀਤਾ, ਪਹਿਲਾ ਪੁਆਇੰਟ। ਸੈਕੰਡ ਪੁਆਇੰਟ, ਸਭ ਤੋਂ ਹੋਰ ਗੰਦਾ ਪੁਆਇੰਟ, ਜਿਹੜਾ ਇਹਨਾਂ ਨੇ ਸਰਸੇ ਵਾਲੇ ਬਾਬੇ ਨੂੰ ਮਾਫੀ ਦਵਾਈ ਹੈ, ਕਿਸ ਤਰ੍ਹਾਂ ਜਥੇਦਾਰਾਂ ਨੂੰ ਬੁਲਾਇਆ, ਸਾਰੇ ਬਿਆਨ ਆ ਗਏ, ਉਹ ਕਿਸ ਮੂੰਹ ਨਾਲ ਵੋਟਾਂ ਮੰਗਣਗੇ ਦੱਸੋ ਮੈਨੂੰ? ਅੱਛਾ, ਤੁਸੀਂ ਹੁਣੇ ਰੀਸੈਂਟਲੀ ਦੇਖੋ ਕਿੰਨੀਆਂ ਸ਼ਰਾਬਾਂ ਦੀਆਂ ਬੋਤਲਾਂ ਵੀ ਫੜੀਆਂ ਜਾ ਰਹੀਆਂ, ਕਰੋੜਾਂ ਰੁਪਏ ਦੇ ਉਹ ਪਕੜੇ ਜਾ ਰਹੀਆਂ, ਗੱਡੀਆਂ ਪਕੜੀਆਂ ਜਾ ਰਹੀਆਂ, ਉਹਨਾਂ ਚੋਂ ਕੈਸ਼ ਹੋ ਰਿਹਾ, ਉਹ ਕਿੱਥੋਂ ਆ ਰਿਹਾ ਦੱਸੋ ਮੈਨੂੰ ਤਾਂ ਇਹ ਨਹੀਂ ਸਮਝ ਆਉਂਦਾ। ਦੱਸ ਦਈਏ ਕਿ ਸੇਮ ਟਾਈਮ ਤੇ ਦਿੱਲੀ ਦੇ ਵਿੱਚ 2 ਕਰੋੜ ਕੈਸ਼ ਗੱਡੀ ਪਕੜਿਆ ਜਾਂਦਾ ਵਾ, ਸੇਮ ਟਾਈਮ ਤੇ ਪੰਜਾਬ ਦੇ ਵਿੱਚ ਅਕਾਲੀ ਦਲ ਬਾਦਲ ਦੀ ਜਿਹੜੀ ਲੀਡਰ ਹੈ, ਉਹਦੇ ਘਰੋਂ ਡਰੱਗਸ ਪਕੜੇ ਜਾਂਦੇ ਨੇ। ਤਾਂ ਇਹਦਾ ਵੀ ਜਿਹੜਾ ਸੂਤਰ ਕਹਿ ਰਹੇ ਨੇ ਕਿ ਆਪਸ ਵਿੱਚ ਕੋਈ ਸੰਬੰਧ ਹੈ ਕਿ ਸ਼ਾਇਦ ਇਸ ਇਲੈਕਸ਼ਨ ਦੇ ਉੱਤੇ ਉਹ ਯੂਜ਼ ਹੋਣ ਜਾ ਰਹੇ ਸੀਗੇ। ਦੇਖੋ, ਮੈਂ ਮਨਜੀਤ ਸਿੰਘ ਜੀਕੇ ਦਾ ਇੱਕ ਬਿਆਨ ਹੁਣੇ ਪੜ੍ਹਿਆ, ਵਾਇਰਲ ਹੋ ਰਿਹਾ ਸੀ ਕਾਫੀ, ਕਿ ਉਹਨਾਂ ਨੇ ਕਿਹਾ ਕਿ ਜਿਹੜਾ ਮੋਤੀ ਨਗਰ ਥਾਣੇ ਦੇ ਵਿੱਚ 2 ਕਰੋੜ ਰੁਪਇਆ ਕੈਸ਼ ਗੱਡੀ ਚੋਂ ਪਕੜਿਆ ਗਿਆ, ਉਹ ਸ਼ਰਾਬ ਦੀਆਂ ਬੋਤਲਾਂ ਕੋਈ ਲੈ ਰਹੇ ਸੀ ਤੇ ਉਹ ਪੰਜਾਬੀ ਬਾਗ ਗੱਡੀ ਜਾ ਰਹੀ ਸੀ। ਸਾਨੂੰ ਨਹੀਂ ਪਤਾ ਕਿ ਪੰਜਾਬੀ ਬਾਗ ਕਿੱਥੇ ਜਾ ਰਹੀ ਸੀ, ਠੀਕ ਹੈ, ਉਹ ਸਾਰਿਆਂ ਨੂੰ ਪਤਾ ਪੰਜਾਬੀ ਬਾਗ ਕੌਣ ਰਹਿੰਦਾ ਹੈ, ਰੱਬ ਜਾਣੇ ਉਹਨਾਂ ਦੇ ਘਰ ਜਾ ਰਹੀ ਸੀ ਜਾਂ ਅੱਗੇ ਹੋਰ ਪੰਜਾਬ ਜਾ ਰਹੀ ਸੀ, ਕਿੱਥੇ ਜਾ ਰਹੀ ਸੀ। ਬਟ ਇਲਜ਼ਾਮ ਬਹੁਤ ਲੱਗ ਰਹੇ ਹੈ, ਇਹ ਹੋਰ ਕਿਸੇ ਪਾਰਟੀ ਦੇ ਨਹੀਂ ਲੱਗ ਰਹੇ ਇਲਜ਼ਾਮ, ਤੁਹਾਨੂੰ ਪਤਾ ਕਿਹੜੀ ਪਾਰਟੀ ਦੇ ਲੱਗ ਰਹੇ ਆ ਵੀ ਕਿਸ ਤਰ੍ਹਾਂ ਹੋ ਰਿਹਾ। ਬਾਕੀ ਹੋਰ ਵੀ ਕਈ ਇਲਜ਼ਾਮ ਲੱਗ ਰਹੇ ਹੈ, ਇਸ ਕਰਕੇ ਇਹ ਬਹੁਤ ਦੁੱਖ ਵਾਲੀ ਗੱਲ ਹੈ ਕਿ, ਔਰ ਇਹ ਵੀ ਪਤਾ ਲੱਗਾ ਕਿ ਗੁਰਦੁਆਰਾ ਰਕਾਬਗੰਜ ਤੋਂ ਗੱਡੀ ਆਈ ਹੈ ਵੀ ਗੁਰਦੁਆਰਾ ਗੁਰਦੁਆਰਿਆਂ ਚੋਂ ਕਿੱਥੋਂ ਪੈਸਾ। ਤੁਹਾਡੀ ਗੱਲ ਅਸੀਂ ਇਹਨੂੰ, ਮੈਂ ਇਹੀ ਕਹਿਣਾ ਚਾਹਾਂਗਾ ਕਿ ਇਮੀਡੀਏਟਲੀ
ਇਹਨਾਂ ਨੂੰ ਇੱਕ ਬੋਰਡ ਬਣਾ ਦੇਣਾ ਚਾਹੀਦਾ ਜਦ ਤੱਕ ਇਲੈਕਸ਼ਨ ਨਾ ਹੋਣ। ਹਰ ਪਾਰਟੀ ਨੂੰ ਪੂਰਾ ਮੌਕਾ ਦਿਓ, ਇੱਕ ਜਾਂ ਦੋ ਬੰਦੇ ਉਹਨਾਂ ਦੇ ਰਿਪਰੈਜ਼ੈਂਟੇਟਿਵ, ਉਹਨਾਂ ਦੇ ਪ੍ਰਧਾਨ ਜਾਂ ਸੈਕਟਰੀ ਜਾਂ ਜਿਨ੍ਹਾਂ ਨੂੰ ਵੀ ਭੇਜਣ, ਬੈਠਣ ਪਿਆਰ ਨਾਲ, ਇੱਕ ਦੱਸਣ ਕਿ ਹਾਂਜੀ ਅਸੀਂ ਸਿਰਫ ਇਲੈਕਸ਼ਨ ਨਹੀਂ, ਸਿਲੈਕਸ਼ਨ ਨਾਲ ਵੀ ਕੰਮ ਕਰ ਸਕਦੇ ਹਾਂ। ਇੱਕ ਮਿਸਾਲ ਦੇਣ, ਚਾਹੇ ਕਿਸੇ ਵੀ ਪਾਰਟੀ ਦਾ, ਚਾਹੇ ਕੋਈ ਬਾਦਲ ਦਲ ਦਾ ਹੈ, ਚਾਹੇ ਕੋਈ ਸਰਨਾ ਦਲ ਦਾ, ਚਾਹੇ ਕੋਈ ਜੀਕੇ ਹੈ, ਚਾਹੇ ਆਮ ਅਕਾਲੀ ਦਲ ਦਾ, ਚਾਹੇ ਕੋਈ ਸਦਭਾਵਨਾ ਦਲ ਹੈ, ਚਾਹੇ ਕੋਈ ਭਾਈ ਰਣਜੀਤ ਸਿੰਘ ਹੈ, ਸਾਰਿਆਂ ਦੇ ਦੋ ਬੰਦੇ, 2 ਇੰਡੀਪੈਂਡੈਂਟ ਲੈ ਲਓ, ਪਿਆਰ ਨਾਲ ਕਮੇਟੀ ਚਲਾਓ। ਸਭ ਤੋਂ ਪਹਿਲਾਂ ਤੁਸੀਂ ਆਪਣੇ ਬੱਚਿਆਂ ਦਾ ਖਿਆਲ ਰੱਖੋ, ਇਹ ਦਿਓ ਤਨਖਾਹਾਂ, ਤੇ ਪਿਆਰ ਨਾਲ 10-15 ਦਿਨ ਤੁਹਾਡੇ ਕੋਲ ਹੈਗੇ, ਮੈਨੂੰ ਲੱਗਦਾ ਮਹੀਨਾ 2 ਮਹੀਨੇ ਚ ਇੱਕ ਮਿਸਾਲ ਪੇਸ਼ ਕਰੋ ਕਿ ਸਿੱਖ ਲੜਦੇ ਨਹੀਂ ਆ, ਇਕੱਠੇ ਵੀ ਰਹਿ ਸਕਦੇ। ਇਹ ਹੋਣਾ ਚਾਹੀਦਾ। ਤੁਹਾਡੀ ਗੱਲ ਬੜਾ ਤੁਸੀਂ ਐਂਡ ਮੌਕੇ ਤੇ ਇੱਕ ਬੜੀ ਅੱਛੀ ਗੱਲ ਆਖੀ ਕਿ ਸਿੱਖ ਲੜਦੇ ਨਹੀਂ, ਸਿੱਖ ਇਕੱਠੇ ਵੀ ਰਹਿ ਸਕਦੇ, ਔਰ ਸੇਵਾ ਦੇ ਵਿੱਚ ਸਿੱਖ ਸਭ ਤੋਂ ਅੱਗੇ ਨੇ, ਦੁਨੀਆ ਵਾਸਤੇ ਸੇਵਾ ਕਰਦੇ ਨੇ। ਔਰ ਜੇਕਰ ਉਹਨਾਂ ਨੂੰ ਇੱਕ ਸੇਧ ਮਿਲ ਜਾਵੇ ਜਾਂ ਉਹਨਾਂ ਨੂੰ ਜਿਹੜੀ ਸੰਗਤ ਹੈ ਆਪਣੀ ਵੋਟ ਦਾ ਜਿਹੜਾ ਅਧਿਕਾਰ ਹੈ ਉਹ ਠੀਕ ਤਰ੍ਹਾਂ ਚੁਣੇ, ਤਾਂ ਇਹ ਸਾਰੀਆਂ ਚੀਜ਼ਾਂ ਅਸੀਂ ਆਪਣੇ ਅੰਦਰ ਵੀ ਦੇਖ ਸਕਦੇ ਹਾਂ। ਜਿਹੜੇ ਸਾਡੇ ਚੁਣੇ ਹੋਏ ਲੀਡਰ ਨੇ ਉਹ ਆਪਣੀ ਸੰਗਤ ਦੇ ਨਾਲ ਵੀ, ਆਪਣੇ ਸਿੱਖਾਂ ਦੇ ਨਾਲ ਵੀ ਉਹੀ ਤਰੀਕੇ ਦੇ ਨਾਲ ਪੇਸ਼ ਆਣਗੇ ਜਿਸ ਤਰ੍ਹਾਂ ਉਹ ਬਾਹਰ ਪੇਸ਼ ਆਉਂਦੇ ਨੇ। ਸਿਰਫ ਸਾਨੂੰ ਆਪਣੀ ਜਿਹੜੀ ਲਗਾਮ ਹੈ, ਮੈਂ ਇੱਥੇ ਇਹੀ ਕਹਾਂਗਾ ਕਿ ਲਗਾਮ ਜਿਹੜੀ ਹੈਗੀ ਹੈ ਸੰਗਤ ਦੇ ਹੱਥ ਦੇ ਵਿੱਚ ਹੈ, ਉਹੀ ਢਿੱਲੀ ਛੱਡ ਦਿੰਦੇ ਨੇ, ਤੇ ਇਸ ਕਰਕੇ ਉਹ ਜਿਹੜੇ ਘੋੜੇ ਨੇ ਉਹ ਬੇਲਗਾਮ ਹੋ ਜਾਂਦੇ ਨੇ, ਤੇ ਫਿਰ ਉਹ ਇੱਧਰ ਉੱਧਰ ਨੱਠਣੇ ਸ਼ੁਰੂ ਕਰ ਦਿੰਦੇ ਨੇ। ਬਹੁਤ ਬਹੁਤ ਸ਼ੁਕਰੀਆ ਜਸਜੀਤ ਸਿੰਘ ਤੁਹਾਡਾ, ਔਰ ਉਮੀਦ ਹੈ ਤੁਸੀਂ ਅੱਗੇ ਵੀ ਸਾਡੇ ਨਾਲ ਆਪਣੀ ਸਾਂਝ ਪਾਉਂਦੇ ਰਹੋਗੇ, ਔਰ ਦਰਸ਼ਕਾਂ ਨਾਲ ਆਪਣੇ ਜਿਹੜੇ ਵਿਚਾਰ ਨੇ ਉਹਨਾਂ ਦੇ ਨਾਲ ਤੁਸੀਂ ਜਾਣੂ ਕਰਵਾਉਂਦੇ ਰਹੋਗੇ। ਅਸੀਂ ਹੁਣ ਇਸ ਤੋਂ ਜ਼ਿਆਦਾ ਹੁਣ ਪ੍ਰੋਗਰਾਮ ਅਸੀਂ ਇੱਥੇ ਹੀ ਸਮਾਪਤ ਕਰਦੇ ਹਾਂ ਕਿ ਸਾਨੂੰ ਟਾਈਮ ਇਜਾਜ਼ਤ ਨਹੀਂ ਦਿੰਦਾ। ਬੜੀ ਜਲਦੀ ਹੀ ਅਸੀਂ ਫੇਰ ਮਿਲਾਂਗੇ। ਤਦ ਤੱਕ ਲਈ ਆਪਣਾ ਖਿਆਲ ਰੱਖੋ, ਇਸ ਬਿਮਾਰੀ ਦੇ ਵਿੱਚ ਆਪਣਾ ਤੇ ਆਪਣੇ ਪਰਿਵਾਰ ਦਾ ਜਿੰਨਾ ਖਿਆਲ ਰੱਖ ਸਕਦੇ ਹੋ ਉਹਨਾਂ ਰੱਖੋ, ਬਾਹਰ ਫਾਲਤੂ ਨਾ ਜਾਓ, ਔਰ ਕੋਸ਼ਿਸ਼ ਕਰੋ ਕਿ ਜਿਹੜਾ ਕੰਮ ਆਪਣੇ ਘਰ ਦੇ ਵਿੱਚ ਹੋ ਜਾਏ ਉੱਥੇ ਹੀ ਕੀਤਾ ਜਾਵੇ। ਇਸ ਵੇਲੇ ਜਿੱਥੇ ਤੁਸੀਂ ਦੇਖ ਰਹੇ ਹੋ ਕਿ ਬਿਮਾਰੀ ਤੁਹਾਨੂੰ ਲੱਗੇ ਕਿ ਤੁਹਾਨੂੰ ਨਹੀਂ ਹੈਗੀ, ਇਸ ਕਰਕੇ ਤੁਸੀਂ ਬਾਹਰ ਜਾ ਸਕਦੇ ਹੋ, ਇਹ ਵਜ੍ਹਾ ਰਿਸਕ ਨਾ ਲਵੋ, ਸੇਫ ਰਹੋ, ਸੁਰੱਖਿਅਤ ਰਹੋ। ਫਿਰ ਜਲਦੀ ਹੀ ਮਿਲਾਂਗੇ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।